वॉइस ऑफ इंडिया ਤੇ ਆਪ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਿਊਜ਼ ਐਂਡ ਰਿਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ। ਪਿਛਲੇ ਕੁਝ ਦਿਨਾਂ ਤੋਂ ਡਾਕਟਰ ਭੱਟੀ ਨਾਲ ਅਸੀਂ ਸੰਪਰਕ ਨਹੀਂ ਰੱਖ ਸਕੇ, ਇਹਦੇ ਪਿੱਛੇ ਕੀ ਕਾਰਨ ਹੈ ਤੇ ਭੱਟੀ ਸਾਹਿਬ ਕੋਲੋਂ ਪੁੱਛਾਂਗੇ। ਅੱਜ ਵੀ ਹਮੇਸ਼ਾ ਵਾਂਗ ਬੜੀਆਂ ਮਹੱਤਵਪੂਰਨ ਘਟਨਾਵਾਂ, ਮਹੱਤਵਪੂਰਨ ਖਬਰਾਂ ਦੇ ਉੱਤੇ ਪੋਸਟਮਾਰਟਮ ਕਰਵਾਉਣਾ ਭੱਟੀ ਸਾਹਿਬ ਦੇ ਕੋਲੋਂ। ਡਾਕਟਰ ਹੈ, ਪੋਸਟਮਾਰਟਮ ਤਾਂ ਕਰਨਗੇ। ਜਿਨ੍ਹਾਂ ਵਿੱਚੋਂ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਹੈ, ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਮੰਦਭਾਗੀਆਂ ਘਟਨਾਵਾਂ ਵੀ ਹੈਗੀਆਂ ਔਰ ਚੁਣੌਤੀ ਵੀ ਹੈਗੀ ਹੈ। ਇਹਦੇ ਤੇ ਵੀ ਗੱਲ ਕਰਾਂਗੇ। ਸੁਪਰੀਮ ਕੋਰਟ ਨੇ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਇੱਕ ਜਿਹੜਾ ਹੈਗਾ ਕਰੋਨਾ ਪੀੜਤਾਂ ਦਾ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਿਹੜੀ ਸਰਕਾਰ ਨੂੰ ਹੁਕਮ ਦਿੱਤਾ ਹੈਗਾ, ਉਹ ਕੀ ਹੈ, ਮੌਜੂਦਾ ਸਥਿਤੀ ਕੀ ਚੱਲਦੀ ਪਈ ਹੈਗੀ ਹੈ। ਕਾਂਗਰਸ ਦਾ ਜਿਹੜਾ ਪੰਜਾਬ ਕਾਂਗਰਸ ਦਾ ਅੰਦਰੂਨੀ ਜਿਹੜਾ ਕੁਰਸੀ ਯੁੱਧ ਚੱਲ ਰਿਹਾ ਉਹ ਕਿਸ ਹਾਲਤ ਵਿੱਚ ਹੈ, ਇਸ ਵੇਲੇ ਕਿੱਥੇ ਪਹੁੰਚ ਗਿਆ, ਇਹਦੇ ਤੇ ਚਰਚਾ ਵੀ ਕੀਤੀ ਜਾਣੀ ਆ। ਪੱਛਮੀ ਬੰਗਾਲ ਦੇ ਗਵਰਨਰ ਸਾਹਿਬ ਜਿਹੜੇ ਹਮੇਸ਼ਾ ਹੀ ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਕੋਈ ਨਾ ਕੋਈ ਜਿਹੜਾ ਉਹ ਕੰਮ ਵਿੱਢੀ ਰੱਖਦੇ ਆ, ਖੁਦ ਫਸ ਗਏ ਕਿਸੇ ਮਾਮਲੇ ਵਿੱਚ। ਕੀ ਹੈਗੀ ਡਿਟੇਲ ਭੱਟੀ ਸਾਹਿਬ ਤੋਂ ਪੁੱਛਦੇ ਆ। ਨਾਲ ਦੀ ਨਾਲ ਚੰਡੀਗੜ੍ਹ ਆਏ ਸੀ ਜੀ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਕੀ ਕਹਿ ਗਏ? ਲੱਗਦਾ ਤਾਂ ਕੁਝ ਹੋਰ ਸੀ। ਅਸੀਂ ਲੋਕ ਤਾਂ ਉਡੀਕ ਕਰ ਰਹੇ ਸੀਗੇ ਕਿ ਬਹੁਤ ਵੱਡਾ ਕੋਈ ਧਮਾਕਾ ਹੋਣ ਜਾ ਰਿਹਾ, ਕੋਈ ਬਹੁਤ ਵੱਡੀ ਖਬਰ ਹੈ। ਪਰ ਆਮ ਜਿੱਦਾਂ ਕਹਿੰਦੇ ਤੇ ਪੰਜਾਬੀ ਦੀ ਕਹਾਵਤ ਹੈ, ਪੁੱਟਿਆ ਪਹਾੜ ਤੇ ਨਿਕਲੀ ਚੂਹੀਆ। ਉਹ ਚੂਹੀਆ ਵੀ ਮਰੀ ਹੋਈ ਨਿਕਲੀ ਹੈ। ਤੇ ਕੈਨੇਡਾ ਦੀ ਗੱਲ ਜਿਹੜੀ ਕਰਨ ਵਾਲੀ ਹੈ, ਉਹ ਠੰਡੇ ਮੁਲਕ ਦੇ ਤੌਰ ਤੇ ਕੈਨੇਡਾ ਮਸ਼ਹੂਰ ਹੈ ਜੀ। ਆਮ ਤੌਰ ਤੇ ਕਿਹਾ ਜਾਂਦਾ ਕਿ ਕੈਨੇਡਾ ਬੜਾ ਠੰਡਾ ਮੁਲਕ ਹੈ। ਉਂਝ ਵਿਨੀਪੈਗ ਜਿੱਥੇ ਮੈਂ ਬੋਲ ਕੇ ਸਟੂਡੀਓ 'ਚ ਬੋਲ ਰਿਹਾ ਇਸ ਵੇਲੇ, ਇਹ ਸਭ ਤੋਂ ਵੱਧ ਠੰਡਾ ਸ਼ਹਿਰ ਗਿਣਿਆ ਗਿਆ। ਕਈ ਮਹੀਨੇ ਸਨੋ ਪਈ ਰਹਿੰਦੀ ਆ, ਠੰਡ ਇੰਨੀ ਹੁੰਦੀ ਤੁਸੀਂ ਜਿਹੜੇ ਦੋਹਰੇ ਤੇਰੇ ਚੌੜੇ ਕੱਪੜੇ ਪਾ ਕੇ ਵੀ ਬਾਹਰ ਨਿਕਲਦੇ ਤਾਂ ਠੰਡ ਲੱਗਦੀ ਹੈ। ਪਰ ਪਹਿਲੀ ਵਾਰੀ ਹੋਇਆ ਕਿ ਇੰਨਾ ਜ਼ਿਆਦਾ ਟੈਂਪਰੇਚਰ ਨੋਟਿਸ ਕੀਤਾ ਗਿਆ। ਉਹਦੇ ਬਾਰੇ ਵੀ ਗੱਲ ਕਰਾਂਗੇ ਭੱਟੀ ਸਾਹਿਬ ਦੇ ਕੋਲੋਂ। ਇਹਦੇ ਬਾਰੇ ਸਪੈਸ਼ਲ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਆ, ਉਹ ਤੇ ਚਰਚਾ ਵੀ ਕਰਾਂਗੇ। ਭੱਟੀ ਸਾਹਿਬ ਜੀ, ਸਵਾਗਤ ਤੁਹਾਡਾ ਔਰ ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਦੇ ਹੋ ਔਰ ਸਾਡੇ ਨਾਲ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੁੰਦੇ ਹੋ। ਭੱਟੀ ਸਾਹਿਬ ਤੁਸੀਂ ਵੀ ਕੁਝ ਦਿਨ ਆਏ ਨਹੀਂ, ਕੀ ਕਾਰਨ ਸੀਗਾ? ਸਾਡੇ ਸਰੋਤੇ ਪੁੱਛਦੇ ਆ, ਦਰਸ਼ਕ ਪੁੱਛਦੇ ਆ, ਤੇ ਉਹਨਾਂ ਨੂੰ ਦੱਸਣਾ ਤਾਂ ਪਏਗਾ ਨਾ ਜੀ ਕੀ ਕਾਰਨ ਸੀਗਾ, ਕੀ ਮਸਲਾ ਸੀ ਜੀ? ਠੀਕ ਹੈ ਜੀ। ਕੋਸ਼ਿਸ਼ ਕਰ ਰਿਹਾ, ਉਹਦੀ ਦਵਾਈ ਵਗੈਰਾ ਵੀ ਲੈ ਰਿਹਾ ਔਰ ਫਿਰ ਜਿਸ ਦਿਨ ਆਪਾਂ ਕੰਮ ਕੀਤੀ ਹੈ ਉਸ ਤੇ ਵੀ ਰਾਤ ਨੂੰ ਕੁਛ ਗੱਲ ਵੱਧ ਗਈ। ਠੀਕ ਹੈ ਜੀ। ਤੇ ਮੇਰੇ ਜਿੰਨੇ ਦੋਸਤ ਮਿੱਤਰ ਵੀ ਏਰੀਆ ਦੇ ਡਾਕਟਰ ਹੈਗੇ ਆ, ਦਸ ਹਾਰਟ ਦੇ ਉਹ ਦੂਸਰੇ ਵੀ, ਸਾਡੇ ਨਾਲ ਸਲਾਹ ਕੀਤੀ। ਉਹ ਕਹਿੰਦੇ ਜੀ ਇਹਦੇ ਲਈ 15 ਦਿਨ ਰੈਸਟ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਔਰ ਉਹਦੇ ਅਨੁਸਾਰ ਹੀ ਰੈਸਟ ਹੀ ਮੈਂ ਕਰ ਰਿਹਾ ਸੀ, ਇਸ ਕਰਕੇ ਪ੍ਰੋਗਰਾਮ ਨੂੰ ਆਪਾਂ ਕੰਟੀਨਿਊ ਨਹੀਂ ਕਰ ਸਕਦੇ। ਵੈਸੇ ਮੈਨੂੰ ਫਿਕਰ ਵੀ ਸੀ ਤੇ ਬੜਾ ਅਫਸੋਸ ਵੀ ਹੈ ਤੇ ਬੇਬਸੀ ਵੀ। ਭੱਟੀ ਸਾਹਿਬ ਜੀ, ਤੁਹਾਨੂੰ 4 ਦਿਨ ਇੱਕ ਇਹੋ ਜਿਹੀ ਇੱਥੇ ਅੱਤਵਾਦ ਨਾਲ ਕਹਾਣੀ ਵਾਪਰੀ ਹੈ ਜਿਹੜੀ ਕਦੀ ਇਤਿਹਾਸ 'ਚ ਹੋਈ ਨਹੀਂ। ਉਹ ਆਪਾਂ ਗਾਹ ਡਿਟੇਲ ਕਰਾਂਗੇ ਤੇ ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਧੜਕ ਕੇ ਇੱਥੇ ਮਰੇ ਆ ਗਰਮੀ ਦੇ ਨਾਲ, ਔਰ ਇੰਨੀ ਗਰਮੀ ਜਿਹੜੀ ਕਦੀ ਵਾਪਰੀ ਨਹੀਂ। ਔਰ ਇੱਥੇ ਜਿੰਨੇ ਵੀ ਮਕਾਨ ਬਣੇ ਆ ਜਿਹਨਾਂ ਦੇ ਵਿੱਚ ਇਹ ਸਹੂਲਤਾਂ ਦੇ ਬਹੁਤ ਹੈ ਕਿ ਠੰਡ ਤੋਂ ਬਚਾਅ ਕੀਤਾ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੰਨੀ ਕਹਿਰ ਦੀ ਗਰਮੀ ਵੀ ਹੋ ਸਕਦੀ। ਠੀਕ ਹੈ ਜੀ। ਔਰ ਇਹ ਕਾਰਨ ਬਣੇ 2-3 ਜਿਹਦਾ ਕਰਕੇ ਮੈਨੂੰ ਇਸ ਗੱਲ ਦੇ ਉੱਤੇ ਤਾਂ ਸੋਚਣਾ ਸੀ ਮੈਂ, ਪਰ ਇਹ ਬੇਵਸੀ ਸੀ। ਤੇ ਅੱਜ ਵੀ ਮੈਂ ਭਾਵੇਂ ਪੂਰੀ ਤਰ੍ਹਾਂ ਠੀਕ ਨਹੀਂ, ਪਰ ਮੇਰੇ ਮਨ 'ਚ ਆਇਆ ਕਿ ਬਹੁਤ ਕੁਝ ਵਾਪਰ ਰਿਹਾ। ਇਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ ਆਪਣੇ ਸੋਚਦੇ ਨਾਲ। ਇਹੀ ਮੈਂ ਗੱਲ ਕਰਦਾ ਸੀ ਜੀ ਭੱਟੀ ਸਾਹਿਬ, ਤੁਹਾਨੂੰ ਡਾਕਟਰਸ ਨੇ ਕਿਹਾ ਹੈਗਾ 15 ਦਿਨ ਰੈਸਟ ਕਰਨੀ, ਤੇ ਤੁਸੀਂ 2 ਦਿਨ ਹੀ ਰੈਸਟ ਕੀਤੀ, ਤੀਜੇ ਦਿਨ ਹੀ ਮੈਨੂੰ ਫੋਨ ਕਰਤਾ ਕਿ ਅੱਜ ਮੈਂ ਠੀਕ ਹੈਗਾ ਤੇ ਪ੍ਰੋਗਰਾਮ ਕਰੀਏ। ਸੋ ਮੈਨੂੰ ਲੱਗਦਾ ਕਿ ਰੈਸਟ ਕਰਨੀ ਚਾਹੀਦੀ ਹੈ ਜੀ। ਇਹਨਾਂ ਮੁਲਕਾਂ ਦੇ ਵਿੱਚ ਕੋਈ ਇੱਦਾਂ ਦੀ ਤੰਗੀ ਆ ਜਾਵੇ ਹੈਲਥ ਵਾਈਜ਼ ਤੇ ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ। ਪਰ ਤੁਹਾਡਾ ਸਿਰ ਜਿਹੜਾ ਜੀ ਉਹਦੇ ਤੇ ਸਾਨੂੰ ਮਾਣ ਵੀ ਹੈ, ਰਸ਼ਕ ਹੈ ਸਾਨੂੰ ਕਿ ਤੁਸੀਂ ਬੜੇ ਸਿਰੜੀ ਹੋ। ਤੁਸੀਂ ਸਮਝਦੇ ਹੋ ਜ਼ਿੰਮੇਵਾਰੀ ਆਪਣੀ ਆਮ ਲੋਕਾਂ ਪ੍ਰਤੀ
ਪ੍ਰਤੀ समाज प्रति कि जे ये गल्लां ना कीतियां गईयां ते बहुत कुछ पिछे रह जाएगा ते लोकी जिहड़े उड़ीकदे आ 2-2 हज़ार बंदा एकदम जुड़ जाता ਜਦੋਂ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਕਈ ਵਾਰੀ ਉਹਨਾਂ ਦੀ ਟਿੱਪਣੀਆਂ ਦੇ ਜਵਾਬ ਦੇਣੇ ਔਖੇ ਹੋ ਜਾਂਦੇ। ਤੁਸੀਂ ਆਪਦੀ ਜ਼ਿੰਮੇਵਾਰੀ ਸਮਝ ਕੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ ਜੀ, ਤੁਹਾਡੀ ਦੁਬਾਰਾ ਮੈਂ ਬਹੁਤ ਬਹੁਤ ਮਿਹਰਬਾਨੀ ਕਹਿਣਾ ਜੀ। मतलब जितना ठीक रहा जाए तो मैं कर भी रहा सारा कुछ बड़िया होर भी ध्यान रखने पैंदे आ पर इस चीज ਨੂੰ कुछ नहीं हफ्ता ਦਿੱਤੀਆਂ ਹੈ ਜਿਹਦੇ ਵਿੱਚ ਮੁਸ਼ਕਲ ਹੋ ਜਾਂਦਾ ਫਿਰ ਬਹੁਤ ਲੰਬਾ ਸਮਾਂ ਨਾ ਬੈਠਾ। ਠੀਕ ਹੈ ਜੀ ਪੱਟੀ ਸਾਹਿਬ, ਗੱਲ ਕੋਸ਼ਿਸ਼ ਤਾਂ ਇਹ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂ। ਹਾਂ ਪੱਟੀ ਸਾਹਿਬ, ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਜੀ, ਇੱਥੋਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਮੁਲਾਕਾਤ। ਕਿਸਾਨਾਂ ਨੂੰ 7 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੀ ਦਿੱਲੀ ਦੇ ਵੱਖਰੇ ਵੱਖਰੇ ਬਾਰਡਰ ਦੇ ਉੱਤੇ ਬੈਠਿਆਂ ਨੂੰ, ਸੰਘਰਸ਼ ਕਰਦਿਆਂ ਨੂੰ। ਇਕੱਲੇ ਬੈਠੇ ਨਹੀਂ, ਉਹ ਸੰਘਰਸ਼ ਕਰ ਰਹੇ। ਹਰ ਰੋਜ਼ ਉਹਨਾਂ ਦੇ ਸੰਘਰਸ਼ ਦਾ ਤਰੀਕਾ ਨਵਾਂ ਹੁੰਦਾ ਔਰ ਉਹਦੇ ਵਿੱਚ ਲੋਕਾਂ ਦੀ, ਆਮ ਲੋਕਾਂ ਦੀ, ਕਿਸਾਨਾਂ ਦੀ ਵੀ, ਮਜ਼ਦੂਰਾਂ ਦੀ ਵੀ, ਆਮ ਲੋਕਾਂ ਦੀ ਸ਼ਿਰਕਤ ਦਿਨੋਂ ਦਿਨ ਜਿਹੜੀ ਆ ਉਹ ਵੱਧਦੀ ਜਾਂਦੀ। ਕਿਸਾਨਾਂ ਦੇ ਅੰਦੋਲਨ ਦੇ ਬਾਰੇ ਮਾਣ ਨਾ ਕਿਹਾ ਜਾ ਸਕਦਾ ਕਿ ਜੇ ਉਹ ਦਿੱਲੀ ਦੇ ਬਾਰਡਰ ਤੇ ਬੈਠੇ ਉੱਥੋਂ ਦੀ ਸਰਕਾਰ ਨੂੰ ਲਲਕਾਰ ਰਹੇ ਆ ਤੇ ਉਹ ਵਾਪਸ ਪਿੰਡਾਂ ਵਿੱਚ ਵੀ ਆ ਕੇ ਉਸੇ ਤਰੀਕੇ ਦਾ ਜਿਹੜਾ ਅੰਦੋਲਨ ਸਿਰਜ ਰਹੇ ਆ, ਉਸੇ ਤਰੀਕੇ ਦੀ ਵਿਉਂਤਬੰਦੀ ਕਰ ਰਹੇ ਆ ਤਾਂ ਕਿ ਸਰਕਾਰ ਨੂੰ ਭੱਜਣਾ ਪਈਆਂ ਰਹਿਣ। ਇੱਕ ਬਹੁਤ ਵੱਡੀ ਗੱਲ ਹੈ ਜੀ, ਆਹ ਗਾਜੀਪੁਰ ਬਾਰਡਰ ਤੇ ਇੱਕ ਕਹਿੰਦੇ ਜੀ ਇੱਕ ਕੁਝ ਲੋਕਾਂ ਨੇ ਸਵਾਗਤ ਰੈਲੀ ਰੱਖੀ ਸੀ, ਪਤਾ ਨਹੀਂ ਕਿਹਦਾ ਸਵਾਗਤ ਕਰਨਾ ਸੀ। ਉੱਥੇ ਬੜੀਆਂ ਝੜਪਾਂ ਹੋਈਆਂ। ਮੈਨੂੰ ਲੱਗ ਰਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ ਜਿਹਨੂੰ ਰਕੇਸ਼ ਟਕੈਤ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਗਾਜ਼ੀਪੁਰ ਬਾਰਡਰ ਦੇ ਉੱਤੇ ਬੈਠੇ ਸਭ ਤੋਂ ਵੱਡੇ ਲੀਡਰ ਹੈ, ਉਹਨਾਂ ਨੇ ਉਹ ਚੈਲੰਜ ਕਬੂਲ ਵੀ ਕੀਤਾ। ਕੀ ਹੈ ਜੀ ਸਾਰੀ ਖਬਰ ਹੈ? ਦੇਖੋ ਮੈਂ ਇਹ ਖਬਰ ਦੇ ਆਉਣ ਤੋਂ ਪਹਿਲਾਂ ਥੋੜੀ ਜਿਹੀ ਬਰੀਫਿੰਗ ਕੀ ਕਰਦੇ ਆ ਕਿ 26 ਤਰੀਕ ਦਾ ਜਿਹੜਾ ਕਾਰਵਾਈ ਸੀਗੀ ਕਿਸਾਨਾਂ ਦੀ ਉਹ ਬੜੀ ਕਾਮਯਾਬ ਰਹੀ ਹੈ। ਹਾਂਜੀ, ਔਰ ਸਰਕਾਰ ਦੀਆਂ ਚੋਣਾਂ ਐਲਾਨ ਦਿੱਤੀਆਂ ਸਾਰੇ ਭਾਰਤ ਦੇ ਵਿੱਚ ਵੀ ਜਿਸ ਢੰਗ ਦੇ ਨਾਲ ਗਵਰਨਰ ਉਸ ਘੇਰੇ ਗਏ ਆ ਤੇ ਜਦੋਂ ਮੰਗ ਪੱਤਰ ਦਿੱਤੇ ਗਏ ਆ ਉਹ ਇੱਕ ਦੱਸਣਾ ਸੀਗੇ ਸਰਕਾਰ ਨੂੰ ਵੀ ਅਸੀਂ ਨਾ ਤਾਂ ਕਮਜ਼ੋਰ ਹੋਏ ਨਾ ਬੇਹੌਸਲਾ ਹੈ, ਨਾ ਸਾਡਾ ਜਿਹੜਾ ਹੈਗਾ ਉਹ ਮਤਲਬ ਇਹਦਾ ਸਮਝ ਲਓ ਕਿ ਦਮ ਸਾਡਾ ਕਾਇਮ ਹੈ ਲੜਨ ਦੇ ਲਈ। ਅਸੀਂ ਪੂਰੇ ਤਰ੍ਹਾਂ ਤਿਆਰੀ ਨਾਲ ਹੀ ਆਏ ਆ। ਔਰ ਚੰਡੀਗੜ੍ਹ ਦੇ ਵਿੱਚ ਵੀ ਜਿੱਦਾਂ ਬਹੁਤ ਵੱਡੇ ਇਕੱਠ ਹੋਏ ਆ, ਕਿਵੇਂ ਇਹਨਾਂ ਨੇ ਨਜਾਇਜ਼ ਤੌਰ ਦੇ ਉੱਤੇ ਕੇਸ ਫੈਚ ਕੀਤੇ, ਉਹ ਬੜੀ ਮਤਲਬ ਦੁਖਦਾਇਕ ਗੱਲ ਹੈਗੀ ਆ। ਉਹਦੇ ਵਿਰੋਧ ਵੀ ਬੜਾ ਹੋਇਆ ਜਿਹਦੇ ਵਿੱਚ ਇੱਕ ਵੱਡਾ ਜਿਹੜਾ ਉਹ ਗੀਤਕਾਰ ਸੀ, ਇੱਕ ਉਹ ਲੜਕੀ ਸੀ ਜਿਹੜਾ ਦੋਸਤ ਸੀ ਜਿਹਦੀ ਲੜਕੀ ਹੈ ਰਹਿਮਾਨ, ਉਹਦੇ ਤੇ ਹੋਇਆ। ਬਾਕੀ ਰਾਜੇਵਾਲ ਤੇ ਕੇਸ ਕੀਤਾ ਗਿਆ, ਹੋਰ ਜਿਹੜੇ ਨੇਤਾ ਸੀ ਉਹਨਾਂ ਤੇ ਪਾਇਆ ਗਿਆ। ਝੂਠਾ ਦੋਸ਼ ਜਿਹੜਾ ਕੇਸ ਇਹ ਘੱਟ ਕੀਤੇ ਆ, ਇਹ ਵੀ ਇੱਕ ਸਰਕਾਰ ਨੇ ਜੇ ਚੈਲੰਜ ਦਿੱਤਾ ਆ ਕਿਸਾਨਾਂ ਨੂੰ ਕਬੂਲ ਕਰ ਲਿਆ। ਠੀਕ ਹੈ ਜੀ। ਉਹਨਾਂ ਦੀ ਕੱਲ ਦੀ ਗੱਲ ਕਰੀਏ ਤੇ ਇੱਥੇ ਹੋਇਆ ਕੀ ਹੈ, ਕਿਉਂਕਿ ਅੰਦਰੋਂ ਤੇ ਇੰਨੇ ਦੁਖੀ ਆ, ਇੰਨੇ ਇਹ ਮਤਲਬ ਹੱਥਾਂ-ਤੱਪੀ ਦੇ ਵਿੱਚ ਆ ਵੀ ਮੁਕਾਬਲਾ ਕਿੱਦਾਂ ਕਰੀ ਕਿਸਾਨ ਚੜ੍ਹਦੇ ਆ ਰਹੇ। ਉਹਦੇ ਚ ਜ਼ਿਆਦਾ ਜਿਹੜੀ ਆ ਖੱਟਰ ਦੀ ਭੂਮਿਕਾ ਇਹ ਬੜੀ ਮਤਲਬ ਇਹੋ ਜਿਹੀ ਲੱਗਦੀ ਹੈ ਕਿ ਜਿਵੇਂ ਇਹ ਕਿਸੇ ਤਰੀਕੇ ਦੇ ਨਾਲ ਵੀ ਕਿਸਾਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਨੂੰ ਆਪਣਾ ਡੱਬੇ ਚ ਪਾਉਣ ਲਈ ਤੇ ਮੁਸੀਬਤਾਂ ਚ ਘੇਰਨ ਲਈ ਪੂਰੀ ਤਰ੍ਹਾਂ ਇਹ ਮਤਲਬ ਕਸਮ ਖਾ ਕੇ ਤੁਰ ਰਹੇ। ਠੀਕ ਹੈ ਜੀ। ਉਹਦੇ ਜਿਹੜਾ ਕੀ ਕੀਤਾ ਕਿ ਕੱਲ ਇਹਨਾਂ ਨੇ ਇੱਕ ਇਹਨਾਂ ਦਾ ਆਗੂ ਸੀ ਭਾਜਪਾ ਦਾ ਉੱਥੇ ਸਥਾਨਕ ਆਗੂ, ਉਹਦਾ ਵੀ ਕਹਿੰਦਾ ਸੀ ਸਵਾਗਤ ਕਰਨਾ। ਸਵਾਗਤ ਪਤਾ ਕਿੱਥੇ ਕਰਨਾ? ਗਾਜ਼ੀਪੁਰ ਬਾਰਡਰ ਦੇ ਉੱਤੇ ਜਾ ਕੇ। ਕਿਸਾਨਾਂ ਨੇ ਕਿਹਾ ਉਹ ਕੰਮ ਨਾ ਕਰਿਓ, ਅਸੀਂ ਬਰਦਾਸ਼ਤ ਨਹੀਂ ਕਰਨਾ। ਠੀਕ ਹੈ ਜੀ। ਤੇ ਜਿਹੜਾ ਦੇਖੋ ਸੰਘਰਸ਼ ਦੇ ਮੈਦਾਨ 'ਚ ਬੈਠੇ ਜੇ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਆ, ਤੁਹਾਨੂੰ ਕੀ ਅਧਿਕਾਰ ਹੈ ਜਾਂ ਕਿ ਉੱਥੇ ਜਾ ਕੇ ਤੁਸੀਂ ਚੈਲੰਜ ਕਰੋ? ਮਤਲਬ ਤੁਸੀਂ ਦੇਖੋ ਸ਼ਾਂਤਮਈ ਢੰਗ ਨਾਲ ਤੁਸੀਂ ਕੋਈ ਆਪਣਾ ਅੰਦੋਲਨ ਚਲਾ ਰਹੇ ਆ, ਇਹਨਾਂ ਮਹੀਨਿਆਂ ਤੋਂ ਤਸੀਹੇ ਸਹਿ ਰਹੇ। ਇਹਨਾਂ ਨੇ ਢੋਲ ਢਮਾਕਾ ਲੈ ਕੇ ਢੋਲ ਵਜਾਉਂਦੇ ਉੱਥੇ ਪਹੁੰਚ ਗਏ ਗਾਜ਼ੀਪੁਰ ਬਾਰਡਰ ਤੇ। ਜਦੋਂ ਉੱਥੇ ਪਹੁੰਚਿਆ ਤਾਂ ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਇਹਦਾ ਬਰਦਾਸ਼ਤ ਨਹੀਂ, ਕਿਸੇ ਵੀ ਭਾਜਪਾ ਦੇ ਆਗੂ ਨੂੰ ਅਸੀਂ ਬਰਦਾਸ਼ਤ ਨਹੀਂ ਕਰਨਾ ਸਾਡੇ ਨੇੜੇ ਆ ਕੇ ਔਰ ਉੱਥੇ ਹੀ ਜਾ ਕੇ ਉਹ ਆਪਣਾ ਬੰਦਾ ਲਾਵੇ। ਤਾਂ ਇਹਦੇ ਉੱਤੇ ਫਿਰ ਝੜਪ ਹੋਈ ਬਹੁਤ ਜ਼ਬਰਦਸਤ। ਜਿੱਦਾਂ ਹੁੰਦਾ ਨਾ ਕਿ ਜੇ ਕੋਈ ਭੂਤ ਰਿਹਾ ਹੁੰਦਾ ਤਾਂ ਉਹਦੀਆਂ ਨਸ਼ਾਂ ਬਣੀਆਂ ਇਹਨਾਂ ਨੇ, ਇਹੋ ਜਿਹੀ ਹਾਲਾਤ ਬਣੀ। ਤੇ ਟਕੈਤ ਨੇ ਐਲਾਨ ਵੀ ਕੀਤਾ, ਕਹਿੰਦਾ ਤੁਸੀਂ ਇਹ ਗੱਲ ਕਰਦੇ ਆ ਏਦਾਂ ਹੀ ਹੋ। ਉੱਥੇ ਮਤਲਬ ਪੱਥਰ ਵੀ ਚੱਲੇ ਆ, ਉੱਥੇ ਉਹਨਾਂ ਨੂੰ ਭਜਾਇਆ ਵੀ ਗਿਆ। ਫਿਰ ਉੱਥੇ ਜੇ ਤੁਸੀਂ ਐਡੇ ਆਏ ਆ ਵੱਡੇ ਦਾਅਵੇ ਦੇ ਨਾਲ ਤੇ ਖੜੋ ਉੱਥੇ। ਫਿਰ ਜੁੱਤੀਆਂ ਖਾਂਦੇ ਹੋਏ ਉੱਥੋਂ ਦੌੜੇ ਆ। ਦੌੜ ਕੇ ਇਹਨਾਂ ਨੇ ਐਸਪੀ ਦਾ ਦਫ਼ਤਰ ਘੇਰ ਲਿਆ ਵੀ ਕਾਰਵਾਈ ਕਰੋ ਜੀ,
ਹਾਂਜੀ ਹਾਂਜੀ ਤੇ ਇਹਦੇ ਵਿੱਚ ਦੇਖੋ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ, ਇਹ ਤਾਂ ਸਮਾਂ ਡਿਸਾਈਡ ਕਰੂਗਾ। ਅਗਰ ਇਸ ਵੇਲੇ ਸ਼ਿਕਾਇਤ ਨੇ ਜਿਹੜੀ ਦਲੇਰੀ ਨਾਲ ਇਹ ਗੱਲ ਕੀਤੀ ਹੈ, ਮੈਂ ਕਹਿੰਦਾ ਪੱਥਰ ਦਾ ਚਟਾਨ ਨੇ ਇਹਨਾਂ ਦੇ ਮੋਹਰੇ ਖੜ ਗਿਆ। ਉਹ ਕਹਿ ਰਿਹਾ ਵੀ ਤੁਸੀਂ ਆਓ ਕਰੋ ਇਹ ਕੁਛ, ਠੀਕ ਹੈ, ਅਸੀਂ ਅਜੇ ਤਾਂ ਸ਼ੁਰੂ ਨਹੀਂ ਕੀਤਾ ਕੰਮ, ਤੁਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜ ਦੇਣਾ, ਪਿੰਡ 'ਚ ਬੈਠਾ ਲਾਵਾਂ। ਹਾਂਜੀ ਹਾਂਜੀ ਪਰ ਪੜੋ ਸਾਡੇ ਤੇ ਜਿੰਨੇ ਕੇਸ ਖਵਾਉਂਦੇ। ਸੋ ਇਸ ਕਰਕੇ ਉਹਨਾਂ ਇੱਕ ਮੁਲਾਕਾਤ 'ਚ ਵੀ ਇਹ ਗੱਲ ਕਹੀ ਆ ਕਿ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ, ਅਸੀਂ ਤਾਂ ਬੈਠੇ ਤੇ ਸਾਨੂੰ ਕੋਈ ਆ ਕੇ ਸ਼ਾਂਤਮਈ ਅੰਦੋਲਨ ਕਰਦਿਆਂ ਨੂੰ ਆ ਕੇ ਇੱਥੇ ਕੋਈ ਜੁਰਤ ਕਰੂਗਾ ਤਾਂ ਅਸੀਂ ਉਹਦਾ ਮੂੰਹ ਪੱਟਣਾ ਜਾਣਦੇ ਹਾਂ ਤੇ ਭੰਨ ਰਹੇ ਹਾਂ। ਬਿਲਕੁਲ ਬਿਲਕੁਲ ਠੀਕ, ਇਹ ਉਦੋਂ ਵੀ ਕਰਨਾ ਬਿਲਕੁਲ ਠੀਕ, ਬੜੀ ਉਤਸ਼ਾਹ ਦੇਣ ਵਾਲੀ ਆ ਤੇ ਇਹ ਗੱਲ ਸਾਬਤ ਕਰਨ ਵਾਲੀ ਆ ਕਿ ਸਰਕਾਰਾਂ ਜਿਹੜੀਆਂ ਉਹ ਕਾਨੂੰਨ ਤੋਂ ਬਾਹਰ ਜਾ ਕੇ ਜਦੋਂ ਕੋਈ ਕਾਰਨਾਮੇ ਕਰਨਗੀਆਂ ਤਾਂ ਉਹਨਾਂ ਦਾ ਜਵਾਬ ਇਹੀ ਬਣਦਾ। ਹੋਰ ਕੋਈ ਨਹੀਂ। ਪੰਜਾਬ 'ਚ ਵੀ ਹੋਇਆ, ਪੰਜਾਬ ਵਿੱਚ ਵੀ ਭਾਜਪਾ ਦੇ ਕੁਛ ਆਗੂ ਜਿਹੜੇ ਆ ਉਹਨਾਂ ਜਾ ਕੇ ਦੇਖੋ, ਇਹ ਜਾਣਦੇ ਆ ਸਾਡੇ ਜੁੱਤੀਆਂ ਪੈਣੀਆਂ, ਬਾਰ-ਬਾਰ ਜਾਂਦੇ ਆ ਤਾਂ ਕਿ ਲੋਕ ਭੜਕਣ। ਉਹਨਾਂ ਦੇ ਸਬੰਧੀ ਤੇ ਤੇਲ ਪਾਉਣ ਦਾ ਏਦਾਂ ਕਰ ਰਹੇ ਆ ਤੇ ਉਹਦਾ ਲੋਕ ਦੇ ਰਹੇ ਜਵਾਬ। ਪਿੰਡਾਂ ਦੇ ਵਿੱਚ ਵੀ ਉਹ ਭਜਾ ਰਹੇ ਆ, ਫੇਰ ਪੁਲਿਸ ਜਿਹੜੀ ਆ ਉਹ ਇਹਨਾਂ ਨੂੰ ਬਚਾ ਕੇ ਲਾਉਂਦੀ ਆ, ਫਿਰ ਉਹ ਘੁੰਮ ਕੇ ਫੇਰ ਆ ਜਾਂਦੇ ਆ ਜੇ ਫੇਰ ਜਾ ਤੇ ਜਿੱਦਾਂ ਕੋਈ ਧਈਆ ਕਰਕੇ ਹੋਇਆ ਵੀ ਇਹਨਾਂ ਦੇ ਹੱਥੋਂ ਸ਼ਿਕਰ ਖਾਣੇ ਹੀ ਖਾਣੇ। ਭੱਟੀ ਸਾਹਿਬ ਅਸਲ ਵਿੱਚ ਤਮਾਸ਼ਾ ਜਿਹੜਾ ਕਰ ਰਹੇ ਤੇ ਜਿਹਨਾਂ ਦੀ ਮੌਤ ਨਜ਼ਰ ਆ ਰਹੀ ਹੋਰ ਕੁਛ ਨਹੀਂ। ਹਾਂਜੀ ਹਾਂਜੀ ਭੱਟੀ ਸਾਹਿਬ ਅਸਲ ਵਿੱਚ ਕੀ ਹੈਗਾ, ਇਹ ਆਪਦੀ ਲੀਡਰਸ਼ਿਪ ਜਿਹੜੀ ਸੈਂਟਰਲ ਲੀਡਰਸ਼ਿਪ ਹੈਗੀ ਆ, ਉਹਨੂੰ ਜਿਹੜੇ ਸਥਾਨਕ ਆਗੂ ਆ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਜੀ ਅਸੀਂ ਤਾਂ ਕਿੰਨੀਆਂ ਕੁਰਬਾਨੀਆਂ ਕੀਤੀਆਂ, ਅਸੀਂ ਇੰਨੀ ਵਾਰੀ ਚੁੱਟੀਆਂ ਖਾ ਕੇ ਆਏ ਹਾਂ, ਹਾਂਜੀ ਇੰਨੀ ਵਾਰੀ ਅਸੀਂ ਕੱਪੜੇ ਪੜਵਾ ਕੇ ਆਏ ਹਾਂ। ਇਹ ਅਸਲ ਵਿੱਚ ਆਪਦੇ ਨੰਬਰ ਬਣਾਉਣ ਦੇ ਚੱਕਰ 'ਚ ਹੈਗੇ। ਦੂਜਾ ਜੀ ਬਦਮਾਸ਼ੀ ਦੀ ਤਾਂ ਜਿਹੜੀ ਆ ਤੁਸੀਂ ਕੋਈ ਗੱਲ ਜਿਹੜੀ ਆ ਉਹ ਕਹਿਣ ਵਾਲੀ ਬਣਦੀ ਨਹੀਂ ਹੈਗੀ। ਖੱਟੜ ਸਾਹਿਬ ਨੇ ਸਹੁੰ ਖਾਧੀ ਹੋਈ ਆ ਬੇਤੁਕੇ ਬਿਆਨ ਦੇਣ ਦੀ। ਹੁਣ ਇੱਕ ਬਿਆਨ ਦਿੱਤਾ ਉਹਨੇ, ਕਹਿੰਦਾ ਕਿ ਜੀ ਅੰਦੋਲਨਕਾਰੀ ਜਿਹੜੇ ਤਾਂ ਕਿਸਾਨ ਹੀ ਹੈ ਨਹੀਂ, ਇੱਕ ਗੱਲ। ਦੂਜੀ ਗੱਲ ਉਹਨੇ ਇਹ ਕਹੀ ਕਿ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਹੈਗੇ ਆ ਇਹ ਨਜਾਇਜ਼ ਬੈਠੇ ਆ ਔਰ ਇਹ ਜਿਹੜੇ ਜ਼ਬਰ ਜਨਾਹ ਦੇ ਅੱਡੇ ਬਣ ਚੁੱਕੇ। ਇਸ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਕਰਨੀ ਕਿੱਥੋਂ ਤੱਕ ਵਾਜਬ ਹੈ? ਇਹ ਬਾਦੀ ਤੇ ਤੇਲ ਪਾਉਣ ਵਾਲੀ ਗੱਲ ਨਹੀਂ ਹੈ। ਕੀ ਕਿਸਾਨ ਇਸ ਗੱਲ ਨਾਲ ਰੋਹ ਵਿੱਚ ਹੋਰ ਨਹੀਂ ਆਉਣਗੇ? ਕੀ ਉਹ ਆਪਦੇ ਅੰਦੋਲਨ ਨੂੰ ਹੋਰ ਤਿੱਖਿਆ ਨਹੀਂ ਕਰਨਗੇ? ਇਹਨਾਂ ਨੂੰ ਇਸ ਗੱਲ ਦਾ ਸਮਝ ਨਹੀਂ ਲੱਗਦੀ ਕਿ ਜਾਣਬੁੱਝ ਕੇ ਕਰ ਰਹੇ। ਦੇਖੋ ਜਿੱਥੋਂ ਤੱਕ ਨੈਤਿਕਤਾ ਦਾ ਸਵਾਲ ਹੈ, ਹਾਂਜੀ, ਜਿੱਥੋਂ ਤੱਕ ਇੱਕ ਕਾਨੂੰਨ ਦੇ ਰਾਜ ਦਾ ਸਵਾਲ ਹੈ, ਹਾਂਜੀ, ਉਹਨੂੰ ਤਾਂ ਨੈਤਿਕ ਰੂਪ 'ਚ ਤਿਆਗ ਚੁੱਕੇ ਆ। ਹਾਂਜੀ, ਇਹਦਾ ਕਸਮ ਖਾਧੀ ਹੈ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ। ਉਸ ਦਿਨ ਤੋਂ ਜੇ ਸ਼ੁਰੂ ਦੇਖੀਏ 7 ਮਹੀਨੇ ਹੋ ਗਏ। ਹਾਂਜੀ, ਹਾਂਜੀ, ਬਿਲਕੁਲ ਕੋਈ ਮੌਕਾ ਨਹੀਂ ਇਹਨਾਂ ਖਿਲਾਇਆ। ਹਾਂਜੀ, ਜਦੋਂ ਗੈਰ ਕਾਨੂੰਨੀ ਝਗੜਾ ਗੈਰ ਅਖਲਾਕੀ ਤਰੀਕੇ ਦੇ ਨਾਲ ਇਹਨਾਂ ਨੇ ਕਿਸਾਨ ਤੇ ਦੋਸ਼ ਲਾਇਆ। ਹਾਂਜੀ, ਹਾਂਜੀ, ਕਦੀ ਕਹਿੰਦੇ ਜੀ ਆਪਣਾ ਦੀ ਆ, ਕਦੇ ਇਹਨਾਂ ਨੇ ਕੁਛ ਕਿਹਾ, ਕਦੀ ਕੁਛ ਕਿਹਾ। ਇਹਨਾਂ ਨੇ ਲੜਕੀਆਂ ਤੱਕ ਪੈਸੇ ਦੇ ਉੱਥੇ ਭੇਜੀਆਂ।
ਸਾਹਿਬ ਜੇ ਗੱਲ ਕਰ ਲਈਏ ਜੀ ਹੁਣ ਕਰੋਨਾ ਬਾਰੇ ਆਪਾਂ ਕਰਦੇ ਕਰੋਨਾ ਦੀ ਤਾਜ਼ਾ ਸਥਿਤੀ ਜਿਹੜੀ ਹੈ ਇਸ ਤੋਂ ਪਹਿਲਾਂ ਮੈਂ ਇੱਕ ਸੁਪਰੀਮ ਕੋਰਟ ਬਾਰੇ ਗੱਲ ਕਰਨੀ ਚਾਹੁੰਦਾ ਹਾਂ। ਸੁਪਰੀਮ ਕੋਰਟ ਨੇ ਪਹਿਲਾਂ ਵੀ ਕਿਹਾ ਸੀਗਾ, ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਸੀਗੀਆਂ ਕਿ ਜਿਹੜੇ ਕਰੋਨਾ ਤੋਂ ਪੀੜਤ ਹੈਗੇ ਆ, ਮਰ ਗਏ ਆ, ਜਾਂ ਉਹ ਕਰੋਨਾ ਨਾਲ ਮਰ ਗਏ, ਜਾਂ ਉਹ ਆਕਸੀਜਨ ਦੀ ਘਾਟ ਕਰਕੇ ਮਰ ਗਏ, ਜਾਂ ਜਿਹੜੀ ਕਰੋਨਾ ਨਾਲ ਰਿਲੇਟਡ ਕੋਈ ਵੀ ਰੀਜ਼ਨ ਸੀਗਾ ਜਿਹਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ, ਕਈ ਤਾਂ ਸਾਰੇ ਪੂਰੇ ਦੇ ਪੂਰੇ ਪਰਿਵਾਰ ਹੀ ਇਸ ਜਹਾਨੋਂ ਕੂਚ ਕਰ ਗਏ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੁਆਵਜ਼ਾ ਦਿਓ। ਉਦੋਂ ਸਰਕਾਰ ਨੇ ਇਹ ਕਿਹਾ ਕਿ ਬੱਲਾ ਚਕਾਲਿਆ ਜੀ ਜਿੰਨਾ ਤੁਸੀਂ ਸੁਪਰੀਮ ਕੋਰਟ ਕਹਿੰਦੀ ਇਹਨਾਂ ਦਾ ਅਸੀਂ ਦੇ ਹੀ ਸਕਦੇ 4 ਲੱਖ ਰੁਪਈਆ ਇੱਕ ਬੰਦੇ ਨੂੰ, ਇਹ ਤਾਂ ਬਹੁਤ ਔਖਾ। ਹੁਣ ਸੁਪਰੀਮ ਕੋਰਟ ਨੇ ਕੋਈ ਨਵੇਂ ਹੁਕਮ ਜਾਰੀ ਕੀਤੇ ਜੀ ਮੁਆਵਜ਼ਾ ਦੇਣ ਦੇ, ਉਹ ਕੀ ਹੈ? ਸੁਪਰੀਮ ਕੋਰਟ ਨੇ ਕੁਝ ਇਦਾਂ ਦੀਆਂ ਮਤਲਬ ਨੀਤੀਆਂ ਜਿਹੜੀਆਂ ਉਹ ਸਪਸ਼ਟ ਹੋ ਰਹੀਆਂ ਕਿ ਸੁਪਰੀਮ ਕੋਰਟ ਇਹਨਾਂ ਦੇ ਮਤਲਬ ਜੋ ਇਹ ਕਰ ਰਹੇ ਆ ਉਹਨਾਂ ਸਾਰੀਆਂ ਕਾਰਵਾਈਆਂ ਤੋਂ ਸਰਕਾਰ ਦੀਆਂ ਤੋਂ ਖੁਸ਼ ਨਹੀਂ ਹੈ। ਹਾਂਜੀ, ਸੁਪਰੀਮ ਕੋਰਟ ਕੋਲ ਸਾਰੀਆਂ ਜਿਹੜੇ ਉੱਥੇ ਰਿਟ ਕਰ ਰਹੀਆਂ, ਜਿਹੜੇ ਲੋਕ ਉੱਥੇ ਇਹ ਸਪਸ਼ਟ ਕਰ ਰਹੇ ਕਿ ਸਾਡਾ ਰਹਿ ਹੀ ਕੱਖ ਨਹੀਂ, ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਰੋਟੀ ਤੱਕ ਮਿਲਣੀ ਔਖੀ ਹੋ ਗਈ ਆ, ਮਰ ਰਹੇ ਆ। ਤਾਂ ਉਹਨਾਂ ਨੇ ਇਹਦੇ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਬਹੁਤ ਮਤਲਬ ਗੰਭੀਰ ਚਰਚਾ ਕਰਦਿਆਂ ਇਹਨਾਂ ਨੂੰ ਹੁਕਮ ਜਾਰੀ ਕੀਤੇ। ਉਸ ਕੀ ਕਿਹਾ ਉਹਨਾਂ ਨੇ, ਉਹ ਕਹਿੰਦੇ ਵੀ ਭਾਵੇਂ ਅਸੀਂ ਤੁਹਾਨੂੰ ਇਹ ਰਿਐਕਸ਼ਨ ਤਾਂ ਨਹੀਂ ਦੇ ਸਕਦੇ ਕਿ ਕਰੋਨਾ ਨਾਲ ਮਰਨ ਵਾਲਿਆਂ ਨੇ ਕਿੰਨੇ ਲੱਖ ਦੀ ਮਦਦ ਕਰਨੀ ਹੈ, ਤੁਸੀਂ ਆਪ ਡਿਸਾਈਡ ਕਰਨਾ, ਜਦੋਂ ਕਿ ਪਿਛਲੇ ਸਾਲ ਡਿਸਾਈਡ ਕਰਕੇ ਐਲਾਨ ਕਰ ਚੁੱਕੇ ਕਹਿ ਰਹੇ ਕਿ ਮੇਰੀ 4 ਲੱਖ ਦਿਆਂਗੇ। ਜਿਸ ਕਰਕੇ ਸੁਪਰੀਮ ਕੋਰਟ ਕੋਲ ਉਹਦੇ ਬਾਰੇ ਦੇ ਵਿੱਚ ਦੁਬਾਰਾ ਉਹਦੇ ਕਰਾਵੇ ਦਾ ਕੋਈ ਲੋੜ ਨਹੀਂ ਸੀ। ਉਹਨੇ ਕਿਹਾ ਕਿ 6 ਮਹੀਨੇ ਦੀ ਪੂਰੀ ਡਿਟੇਲ ਰਿਪੋਰਟ ਦਿਓ ਕਿ ਤੁਸੀਂ ਕਿਹੜੀਆਂ ਸਟੇਟਾਂ, ਕਿੰਨੇ ਕਰੋਨਾ ਨਾਲ ਲੋਕ ਜਿਹੜੇ ਉਹ ਮਰੇ ਆ, ਕਿੰਨੇ ਕਰੋਨਾ ਦੀ ਬਿਮਾਰੀ ਦਾ ਸ਼ਿਕਾਰ ਲੋਕਾਂ ਨੂੰ ਆਕਸੀਜਨ ਵੀ ਮਿਲੀ ਤਦ ਮਰੇ ਆ, ਉਹਨਾਂ ਨੂੰ ਬੈੱਡ ਨਹੀਂ ਮਿਲੇ ਤਦ ਉਹ ਮਤਲਬ ਮਰੇ ਗਏ, ਉਹਨਾਂ ਨੂੰ ਐਂਬੂਲੈਂਸ ਨਹੀਂ ਲੈ ਕੇ ਆਈਆਂ ਤਦ ਉੱਥੇ ਤੱਕ ਪਰ ਮਰੇ, ਸਾਰਿਆਂ ਨੂੰ ਹੀ ਮੁਆਵਜ਼ਾ ਦਿੱਤਾ ਜਾਵੇ। ਔਰ ਉਹਦੀ ਡਿਟੇਲ ਸੁਪਰੀਮ ਕੋਰਟ 'ਚ ਪੇਸ਼ ਕੀਤੀ ਹੈ। ਔਰ ਇਹ ਦਲੀਲਾਂ ਕੀ ਦੇ ਰਹੇ ਸੀ ਕਿ ਸਾਡੇ ਕੋਲ ਪੈਦਾ ਹੀ ਹੈ, ਸਾਡਾ ਉਹ ਕਹਿੰਦੇ ਕਿੱਥੇ ਚਲਾ ਗਿਆ, ਅਸੀਂ ਕਰ ਨਹੀਂ ਸਕਦੇ ਜੀ ਕੁਛ ਵੀ। ਉਹ ਕਹਿੰਦਾ ਲੋ ਤੁਸੀਂ ਇਹਨੂੰ ਅਵੇ ਕਰੋ, ਅਵੇ ਕਰਕੇ ਰਿਪੋਰਟ ਦਿਓ, ਇਹ ਹੁਕਮ ਜਾਰੀ ਹੋ ਗਿਆ। ਔਰ ਇਹਦੇ ਲਈ ਹੁਣ ਮੈਨੂੰ ਕਹੀ ਹੱਥਾਂ ਕਰਾਂ ਕਿ ਇਹਨੇ ਕੀ ਕਰ ਕੀ ਹੈ ਸਰ। ਇਹਨਾਂ ਨੇ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਉਹ ਸਟੇਟਾਂ 'ਚ ਵੀ ਸਾਰੀਆਂ 'ਚ ਇਹਨਾਂ ਨੇ ਜਿਹੜੇ ਲੋਕ ਮਾਰੇ ਗਏ ਐਮਪੀ ਸਿੰਘ ਉਹਨਾਂ ਨੂੰ ਮੰਨਿਆ ਹੀ ਨਹੀਂ ਕਿ ਕਰੋਨਾ ਨਾਲ ਮਰੇ। ਠੀਕ ਹੈ ਜੀ। ਇਹਨਾਂ ਨੇ ਉਹਨਾਂ ਨੂੰ ਕੀ ਕਿਹਾ, ਇਹਨਾਂ ਦਾ ਜੀ ਟੈਸਟ ਨਹੀਂ ਹੋਏ। ਉਹ ਤੁਸੀਂ ਦੱਸੋ ਕਿ ਜਿੱਥੇ ਸਿਸਟਮ ਕੋਈ ਨਹੀਂ, ਜਿੱਥੇ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ, ਡਾਕਟਰ ਨੇ ਕਹੋ ਜਿਹੜਾ ਟੈਸਟ ਹਵਾ ਚੋਂ ਕਰਾਉਂਦੇ, ਟੈਸਟ ਆਪ ਹੀ ਕਰ ਰਹੇ ਸੀ। ਟੈਸਟ ਉਹ ਮਤਲਬ ਕਿ ਜਿਹੜੇ ਇਹਨਾਂ ਨੇ ਆਪ ਕਰਵਾਏ ਤੇ ਆਪ ਤਾਂ ਦੁੱਧਾ ਪਿੱਛੇ ਇਹਨਾਂ ਨੇ ਇਹ ਵੀ ਨਹੀਂ ਪਤਾ ਅਜੇ ਤੱਕ ਲੱਗ ਰਿਹਾ ਕਿ ਕਿੰਨੇ ਗੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਜੋਸ਼ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਬਿਹਾਰ 'ਚ ਵੀ ਰੌਲਾ ਪਿਆ ਸੀ। ਇਸ ਦੇ ਵਿੱਚ ਕਿਉਂ ਨਹੀਂ ਸੀ ਮੰਨ ਰਹੇ? ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਐਲਾਨ ਕਰ ਚੁੱਕੇ ਹਾਂ ਕਿ ਹਰ ਇੱਕ ਨੂੰ 4-3 ਲੱਖ ਦੇਣਾ, ਉਹ ਇਹ ਦੇਣਾ ਨਹੀਂ ਚਾਹੁੰਦੇ ਸੀ। ਇਹ ਵੀ ਇੱਕ ਕਿਸਮ ਦੀ ਲੋਕਾਂ ਨਾਲ ਸਭ ਤੋਂ ਵੱਡੀ ਠੱਗੀ ਕਹਿ ਲਓ, ਸਭ ਤੋਂ ਵੱਡੀ ਦਗਾ ਕਹਿ ਲਓ ਕਿ ਲੋਕਾਂ ਦਾ ਹੀ ਪੈਸਾ ਇਹ ਮੈਂ ਜੇਬਾਂ ਚੋਂ ਲਿਆ ਸੀ ਆਪਣੀ, ਲੋਕਾਂ ਦਾ ਪੈਸਾ ਇਹ ਲੋਕ ਨਿਕਾਲ ਗਏ। ਇਹਨਾਂ ਨੇ ਇੱਕ ਨਹੀਂ ਦੋ ਹੋਰ ਮਹਿੰਗੇ ਤੋਂ ਮਹਿੰਗੇ ਜਹਾਜ਼ ਖਰੀਦ ਲਏ। ਇਹਨਾਂ ਨੂੰ ਪੁੱਛੇ ਵੀ ਤੁਹਾਨੂੰ ਤਾਂ ਥੋੜੀ ਬਹੁਤੀ ਲੋਕਾਂ ਦੀ ਚਿੰਤਾ ਹੈ, ਤੁਸੀਂ ਲੋਕਾਂ ਨਾਲ ਕੀ ਵਾਅਦੇ ਕਰਕੇ ਆਏ? ਇਹ ਜਿਹੜੇ ਕਰੋੜਾਂ ਰੁਪਈਆ ਤੁਸੀਂ ਫੂਕ ਦਿੱਤਾ, 22 ਕਰੋੜ ਰੁਪਈਆ ਜਹਾਜ਼ ਦੇ ਉੱਤੇ, ਫਿਰ ਉਹਦੇ ਰੱਖ ਰਖਾਤੇ, ਫਿਰ ਜਿਹੜੀਆਂ ਐਡੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਤੁਸੀਂ ਚੜ੍ਹਦੇ ਆ, ਤੁਹਾਨੂੰ ਇਹ ਕਿਤੇ ਵੀ ਦੱਸਦਾ ਕਿ ਇੱਕ ਦੇਸ਼ ਦੇ ਵਿੱਚ ਜਿੱਥੇ ਲੋਕ ਭੁੱਖੇ ਮਰ ਰਹੇ, ਉਹਨਾਂ ਨੂੰ ਕੋਈ ਰੋਟੀ ਨਾ ਹੋਵੇ, ਤੁਸੀਂ ਕਿਹੜੀ ਦੁਨੀਆ 'ਚ ਘੁੰਮ ਰਹੇ ਆ? ਤੇ ਜੇ ਉਸ ਦੁਨੀਆ 'ਚ ਤੁਸੀਂ ਚਲੇ ਗਏ ਜਿਹੜਾ ਆਮ ਲੋਕਾਂ ਦਾ ਸਮਾਨ ਨਹੀਂ ਕੋਈ, ਤੁਹਾਨੂੰ ਰਾਈਟ ਕੀ ਹੈ ਕਿ ਲੋਕ ਤੁਹਾਨੂੰ ਸਨਮਾਨਿਤ ਕਰਨ? ਠੀਕ ਹੈ। ਔਰ ਇਹਨਾਂ ਨੇ ਕੀ ਸੋਚ ਰਹੇ ਸੀ ਵੀ ਨਾ ਸੁਪਰੀਮ ਕੋਰਟ ਨੇ ਕੁਝ ਕਹਿਣਾ ਸਰ, ਕਾਨੂੰਨ ਸਾਡੇ ਹੱਥ 'ਚ ਆ ਸਾਰਾ, ਜਿੱਦਾਂ ਮੁੱਠ 'ਚ ਲੈ ਲਿਆ ਹੋਵੇ ਸਭ ਕੁਝ। ਜੇ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਔਰ ਇਸ ਤਰੀਕੇ ਦੇ ਨਾਲ ਇਹ ਫੈਸਲਾ ਜਿਹੜਾ ਹੈਗਾ ਇਹ ਖਾਸ ਮਹੱਤਵ ਰੱਖਦਾ ਹੈ ਸਮਝ ਤੇ ਇਦਾਂ ਦੀ ਸਰਕਾਰ ਦੀ। ਠੀਕ ਹੈ ਜੀ। ਪਰ ਸਾਹਿਬ ਤਾਜ਼ਾ ਸਥਿਤੀ ਕੀ ਹੈਗੀ ਆ ਕਰੋਨਾ ਦੀ? ਵੈਸੇ ਇੰਡੀਆ ਦੀ ਗੱਲ ਹੀ ਮੇਨ ਕਰਾਂਗੇ ਆਪਾਂ, ਕਿਉਂਕਿ ਬਹੁਤੀ ਜ਼ਿਆਦਾ ਚਿੰਤਾ ਤਾਂ ਜੋ ਇੰਡੀਆ ਬਾਰੇ ਹੈਗੀ ਆ, ਉੱਥੋਂ ਦੀ ਸਰਕਾਰ ਨੇ ਜੋ ਉਹਦੇ ਚੰਨ ਚਾੜੇ ਹੈਗੇ ਆ, ਭਾਵੇਂ ਉਹ ਕੇਂਦਰ ਸਰਕਾਰ ਅਤੇ ਭਾਵੇਂ ਰਾਜਾਂ ਦੀਆਂ ਸਰਕਾਰਾਂ ਹੈਗੀਆਂ,
ਉਹਨਾਂ ਨੇ ਚਿੰਤਾ ਤਾਂ ਵਧਾਈ ਆ ਸਾਰੇ ਲੋਕਾਂ ਦੀ, ਖਾਸ ਕਰਕੇ ਜਿਹੜੇ ਅਸੀਂ ਲੋਕ ਬਾਹਰ ਬੈਠੇ ਹੈਗੇ ਆ ਇੰਡੀਆ ਤੋਂ, ਤੇ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਆ ਦੇ ਨਾਲ ਸੰਬੰਧ ਜੁੜਿਆ ਹੋਇਆ, ਸਾਡੇ ਉੱਥੇ ਰਿਸ਼ਤੇਦਾਰ ਆ, ਭੈਣ ਭਰਾ, ਦੋਸਤ ਮਿੱਤਰ ਆ, ਉਹਨਾਂ ਦੀ ਜਾਨ ਹਮੇਸ਼ਾ ਕੜਿੱਕੀ 'ਚ ਆਈ ਰਹਿੰਦੀ ਆ। ਉਂਝ ਵੈਸੇ ਲੱਗਦਾ ਹੈਗਾ ਜਿੱਦਾਂ ਦੀਆਂ ਪੰਜਾਬ ਦੇ ਵਿੱਚ ਤਾਂ ਛੋਟਾਂ ਦੇ ਦਿੱਤੀਆਂ ਗਈਆਂ, ਹੋਰ ਵੀ ਦੂਜਿਆਂ ਸੂਬਿਆਂ ਦੇ ਵਿੱਚ ਵੀ ਅੱਜ ਪਤਾ ਲੱਗਾ ਸੀ ਮੰਦਿਰ ਖੋਲ੍ਹਤੇ ਗਏ ਆ, ਗੁਰਦੁਆਰੇ ਵੀ ਖੋਲ੍ਹਤੇ ਗਏ ਆ, ਪਹਾੜੀ ਏਰੀਏ ਦੇ ਵਿੱਚ ਮੰਦਿਰ, ਸਾਰੇ ਪਹਾੜੀ ਏਰੀਏ 'ਚ ਲੋਕੀ ਇਹਦਾ ਮਤਲਬ ਹੁਣ ਪਹਾੜਾਂ ਦੀ ਸੈਰ ਵੀ ਕਰ ਲੈਣਗੇ ਤੇ ਮੰਦਿਰਾਂ 'ਚ ਮੱਥੇ ਵੀ ਟੇਕ ਲੈਣਗੇ, ਅਰਦਾਸਾਂ ਵੀ ਕਰ ਲੈਣਗੇ, ਤੇ ਕੁਝ ਗੁਰਦੁਆਰੇ ਵੀ ਪਹਾੜੀ ਖੇਤਰ ਵਿੱਚ ਹੈਗੇ ਆ। ਹੋ ਸਕਦਾ ਲੋਕ ਜਿਹੜੇ ਆ ਪੰਜਾਬ ਤੋਂ, ਖਾਸ ਕਰਕੇ ਦਿੱਲੀ ਤੋਂ, ਉਹ ਪਹਾੜਾਂ ਦੀ ਸੈਰ ਵੀ ਕਰਨ। ਤੇ ਕੀ ਇਹ ਲੱਗਦਾ ਕਿ ਕਰੋਨਾ ਦਾ ਪ੍ਰਭਾਵ ਹੁਣ ਘਟ ਗਿਆ? ਇਹ ਸੱਚ ਹੈ ਕਿ ਸਰਕਾਰ ਕੋਈ ਨਾ ਕੋਈ ਇਦਾਂ ਦਾ ਕਰ ਰਹੀ ਹੈ ਜਿਹਦੇ ਨਾਲ ਲੋਕਾਂ ਦੇ ਗੁੱਸੇ ਤੋਂ ਬਚਿਆ ਜਾ ਸਕੇ? कोरोना के केस कितने आ रहे हैं, मौतां कितनियां हो रही, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੇਸ ਵੀ ਘਟੇ ਆ। ਜੇ ਆਪਾਂ ਹੁਣ ਦੀ ਗੱਲ ਕਰੀਏ ਅੱਜ ਦੀ, ਤਾਂ 43,591 ਕੇਸ ਹੈ ਟੋਟਲ ਕਰੋਨਾ ਦੇ, ਠੀਕ ਹੈ ਜੀ, ਤੇ 817 ਮੌਤਾਂ। ਹੁਣ ਇਹ ਘਟੇ ਕਿਉਂ? ਇਹ ਜਿਹੜੇ ਲਾਕਡਾਊਨ ਲੱਗੇ ਆ, ਜਿੰਨੇ ਵੱਡੀ ਪੱਧਰ ਤੇ ਪਹਿਲਾਂ ਤਬਾਹੀ ਹੋਈ ਸੀ, ਲਾਕਡਾਊਨ ਲਾਏ ਗਏ ਆ, ਸਾਰਾ ਕੁਝ ਬੰਦ ਕੀਤਾ ਗਿਆ, ਉਹਦੇ ਨਾਲ ਇਹ ਫਰਕ ਪਿਆ। ਪਰ ਇਹਨੂੰ ਤੁਸੀਂ ਸਥਾਈ ਫਰਕ ਨਹੀਂ ਕਰ ਸਕਦੇ ਕਿ ਬਾਰ-ਬਾਰ ਨਹੀਂ। ਉਹਦਾ ਕਾਰਨ ਹੈ, ਉਹਦਾ ਕਾਰਨ ਇਹ ਆ ਕਿ ਵਾਰ-ਵਾਰ ਚਿੰਤਾ ਪ੍ਰਗਟ ਕੀਤੀ ਹੈ ਡਾਕਟਰਸ ਨੇ, ਈਵਨ ਸੁਪਰੀਮ ਕੋਰਟ ਨੇ, ਕਿ ਤੁਸੀਂ ਲਾਕਡਾਊਨ ਜਦੋਂ ਹਟਾ ਰਹੇ ਆ ਤਾਂ ਇੱਕਦਮ ਹਟਾ ਦੇਣਾ, ਇਹ ਬਹੁਤ ਵੱਡੀ ਭਾਰੀ ਭੁੱਲ ਹੋਊਗੀ। ਔਰ ਲੋਕਾਂ ਨੂੰ ਜਿਹੜੇ ਪ੍ਰੀਕਾਸ਼ਨ ਵਰਤਣ ਦੇ ਲਈ ਸਖਤੀ ਨਾਲ ਕਿਹਾ ਗਿਆ ਸੀ, ਉਹਨੂੰ ਢਿੱਲ ਦੇ ਕੇ ਤੁਸੀਂ ਬਹੁਤ ਗੰਭੀਰ ਮਾਮਲਾ ਜਿਹੜਾ ਹੈਗਾ ਉਹਨੂੰ ਸਜ਼ਾ ਦੇ ਰਹੇ ਆ। ਕਿਉਂ? ਕਿਉਂਕਿ ਜਿਸ ਵੇਲੇ ਹੁਣ ਇੱਥੇ ਕੀ ਦੇਖਿਆ, ਜੋ ਵੀਡੀਓ ਆ ਰਹੀਆਂ, ਲੋਕ ਪ੍ਰੋਵਾਈਡ ਨਹੀਂ ਕਰ ਰਹੇ, ਉਹ ਮਾਸਕ ਨਹੀਂ ਲਾਉਂਦੇ, ਸੋਸ਼ਲ ਡਿਸਟੈਂਸ ਨਹੀਂ ਰੱਖਦੇ, ਉਹ ਬੇਪਰਵਾਹ ਕਰਦੇ, ਉਹ ਇੱਦਾਂ ਜਿੱਦਾਂ ਨਾ ਮਤਲਬ ਜੇਬ 'ਚੋਂ ਛੁੱਟੇ ਹੋਣ ਤਾਂ ਭੱਜਦੇ ਆ, ਉਹ ਹਜ਼ਾਰਾਂ ਹੀ ਲੋਕ ਭਾਰਤ ਦੇ ਜਾ ਜਿਹੜੇ ਪੰਜਾਬ 'ਚੋਂ, ਇਹਨਾਂ ਨੂੰ ਪੁੱਛਣਾ ਹੋਵੇ ਕਿ ਤੁਸੀਂ ਕਮ ਸੇ ਕਮ ਇਹ ਤਾਂ ਸੋਚੋ ਕਿ ਕੱਲ ਤੀਸਰੀ ਲਹਿਰ ਦੀ ਗੱਲ ਕੀ ਹੋਊਗਾ। ਇੱਥੇ ਆਈ ਨਾ ਤੀਸਰੀ ਲਹਿਰ, ਕੈਨੇਡਾ ਕੀ ਹੋਇਆ, ਅੱਜ ਵੀ ਹੋ ਰਿਹਾ, ਭਾਵੇਂ ਕੰਟਰੋਲ ਕੀਤਾ, ਫਿਰ ਵੀ ਬੜੇ ਤਰੀਕੇ ਨਾਲ ਛੱਡ ਰਹੇ। ਤੇ ਇਸ ਕਰਕੇ ਡਾਕਟਰ ਦੀ ਇਹ ਸੀ, ਇੱਕ ਡਾਕਟਰ ਜਿਹੜੇ ਬੜੇ ਸੀਨੀਅਰ ਡਾਕਟਰ ਹੈਗੇ, ਉਹਨਾਂ ਨੇ ਕਿਹਾ ਮੇਰੇ ਖਿਆਲ ਆਪਾਂ ਪਿਛਲੀ ਕਾਉਂਟ ਤੇ ਕੀਤੀ ਗਈ ਆ ਕਿ ਇਹਦੇ ਵਿੱਚ ਇਹ ਪਹਿਲੀ ਲਹਿਰ, ਦੂਜੀ ਲਹਿਰ, ਤੀਸਰੀ ਲਹਿਰ ਮਤ ਸੋਚੋ, ਇਹ ਵਾਰ-ਵਾਰ ਲਹਿਰਾਂ ਆਉਣਗੀਆਂ ਜੇ ਤੁਸੀਂ ਠੀਕ ਢੰਗ ਦੇ ਨਾਲ ਟੈਸਟਿੰਗ ਤੇ ਵੈਕਸੀਨੇਸ਼ਨ ਨਾ ਕੀਤੀ। ਹੁਣ ਵੈਕਸੀਨੇਸ਼ਨ ਦਾ ਜਿਹੜਾ ਕਰਨ ਦੇ ਕਈ ਤਰੀਕੇ ਜਿਹੜੇ ਅਪਣਾ ਰਹੇ ਆ, ਉਹਦੇ 'ਚ ਹੈਗਾ ਕਿ ਕਾਫੀ ਤੇਜ਼ੀ ਆਈ ਹੈ ਪਹਿਲੇ ਨਾਲੋਂ, ਤੇ ਪਰ ਵੱਡੀ ਪੱਧਰ ਦੇ ਉੱਤੇ ਜਿਹੜਾ ਪ੍ਰੀਕਾਸ਼ਨ ਰੱਖਣੇ ਚਾਹੀਦੇ ਉਹ ਹੋ ਨਹੀਂ ਰਹੇ। ਇਸ ਕਰਕੇ ਇੱਕ ਚੇਤਾਵਨੀ ਜਿਹੜੀ ਹੈ ਕਿ ਡਾਕਟਰਾਂ ਨੇ ਦਿੱਤੀ ਆ, ਖਾਸ ਕਰ ਬੰਬੇ ਦੇ ਜਿਹੜੇ ਡਾਕਟਰ ਹੈ, ਕਿ ਜਿਹੜੀ ਤੀਸਰੀ ਲਹਿਰ ਹੈ ਉਹਦੇ ਵਿੱਚ ਜਿਹੜਾ ਇਹ ਵੇਰੀਐਂਟ ਨਵਾਂ ਆਇਆ, ਇਹਦਾ ਕੀ ਨਾਮ ਹੈ, ਉਹਦੇ ਵਿੱਚ ਇੱਕ ਨਵੀਂ ਚੀਜ਼ ਪੇਸ਼ ਹੋਈ ਹੈ ਕਿ ਜਿਹੜੇ ਬੱਚੇ ਆ ਛੋਟੇ ਛੋਟੇ, ਉਹਨਾਂ ਨੂੰ ਕੋਈ ਲੱਛਣ ਹੀ ਨਹੀਂ ਆਉਂਦਾ ਕਰੋਨਾ ਦਾ, ਕੋਈ ਸਿਮਟਮ ਉਹਨਾਂ ਦੇ ਨਹੀਂ ਆਉਂਦਾ। ਇਸ ਕਰਕੇ ਬੜੀ ਹੈਰਾਨੀ ਆ, 98% ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਪੋਸਟ ਕੋਵਿਡ ਜਿਹੜੇ ਲੱਛਣ ਹੈਗੇ ਆ, ਜਦੋਂ ਕੋਵਿਡ ਹੋ ਕੇ ਹਟ ਜਾਂਦਾ ਉਸ ਤੋਂ ਬਾਅਦ ਇੱਥੇ ਬਲੈਕ ਫੰਗਸ ਦਾ ਆ ਗਿਆ, ਵਾਈਟ ਫੰਗਸ ਆ ਗਈ, ਗੁੱਛੀਆਂ ਆ ਗਈਆਂ, ਉਹ ਲੱਛਣ ਇੱਕਦਮ ਪੈਦਾ ਹੋ ਗਏ। ਔਰ ਉਹਦੇ ਵਿੱਚ ਬੱਚਿਆਂ ਦੇ ਹੁਣ ਛੋਟੇ ਬੱਚੇ ਆ, ਉਹ ਮਤਲਬ ਇੰਨੀ ਭੈਂਕਰ ਹਾਲਤ ਬਣੀ ਆ ਵੀ ਜਿਹਨਾਂ ਦੇ ਜ਼ਿਆਦਾ ਵੱਧ ਜਾਂਦਾ ਹੈ, ਜਿੱਦਾਂ ਬਲੈਕ ਫੰਗਸ ਦਾ ਵੱਧ ਗਿਆ, ਵਾਈਟ ਫੰਗਸ ਦਾ, ਉਹ ਆ ਕੇ ਕੱਟਣਾ ਪੈਂਦਾ, ਉਹਦਾ ਬਾਅਦ ਹੋ ਗਏ। ਹੁਣ ਇਹ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹਦਾ ਕੀ ਇਲਾਜ ਕਰਾਂ। ਇਹ ਗੱਲ ਦੇਖੋ ਨਾ, ਜਦੋਂ ਲੱਛਣ ਕੋਈ ਨਹੀਂ ਆਉਂਦਾ, ਆਮ ਤੌਰ ਤੇ ਵਿਭਾਗ ਉਸੇ ਤਰ੍ਹਾਂ ਕਰਦੇ, ਬੜਾ ਇਨਫੈਕਸ਼ਨ ਵੀ ਫੈਲਦੀ ਹੈ, ਕਿਉਂਕਿ ਇਹ ਜਿਹੜਾ ਡੈਲਟਾ ਪਲੱਸ ਹੈਗਾ, ਇਹ
ਕੋਈ ਪੰਜਾਬ ਕਾਂਗਰਸ ਦੀ ਗੱਲ ਕਰ ਲਈਏ, ਇੱਕ ਗੱਲ ਤਾਂ ਮੈਂ ਪਹਿਲਾਂ ਸ਼ਾਇਦ ਮੈਂ ਵਧੀਕੀ ਕਰ ਰਿਹਾ ਕਿ ਸਿੱਧੂ ਹੁਣ ਕਾਂਗਰਸ ਵਿੱਚੋਂ ਬਾਹਰ ਤਾਂ ਨਹੀਂ ਜਾਂਦਾ। ਇਹ ਜੋ ਮੈਨੂੰ ਤਾਜ਼ਾ ਸਥਿਤੀ ਲੱਗਦੀ ਪਈ ਹੈ ਵੀ ਕੱਲ ਤੱਕ ਤਾਂ ਇਹ ਸੀ ਗੱਲ ਕਿ ਸਿੱਧੂ ਦੀ ਪ੍ਰਿਯੰਕਾ ਨਾਲ ਤਾਂ ਗੱਲ ਹੋ ਗਈ ਹੈ, ਰਾਹੁਲ ਨੇ ਕਹਿਤਾ ਕਿ ਨਹੀਂ ਮੇਰੇ ਨਾਲ ਕੋਈ ਮੀਟਿੰਗ ਨਹੀਂ ਹੋਣੀ। ਹੁਣ ਪਤਾ ਲੱਗਦਾ ਪਿਆ, ਇਹ ਖਬਰ ਨੂੰ ਮੈਂ ਕਨਫਰਮ ਨਹੀਂ ਕਰਦਾ, ਤੁਸੀਂ ਕਰੋਗੇ, ਪ੍ਰਿਯੰਕਾ ਨਾਲ ਤੇ ਰਾਹੁਲ ਨਾਲ ਜਿਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ, ਉਂਝ ਵੈਸੇ ਜਦੋਂ ਇੱਕ ਪ੍ਰਿਯੰਕਾ ਨਾਲ ਗੱਲਬਾਤ ਕਰਨ ਤੋਂ ਬਾਅਦ, ਮੀਟਿੰਗ ਕਰਨ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਪਿਕਚਰ ਜਿਹੜੀ ਸੀ, ਫੋਟੋ ਜਿਹੜੀ ਸੀ ਇੱਕ ਵਾਇਰਲ ਕੀਤੀ ਸੋਸ਼ਲ ਮੀਡੀਆ ਤੇ, ਉਹਦੇ ਤੇ ਉਹ ਮੁਸਕਰਾ ਰਿਹਾ, ਹੱਸ ਰਿਹਾ, ਖੁਸ਼ ਜਿਹਾ ਲੱਗ ਰਿਹਾ। ਇਹਦਾ ਮਤਲਬ ਕੋਈ ਗੱਲ ਬਣਦੀ ਲੱਗਦੀ ਹੈ। ਕੀ ਇਹਦੇ ਨਾਲ ਕੋਈ ਪੰਜਾਬ ਕਾਂਗਰਸ ਦੇ ਵਿੱਚ ਕੋਈ ਚੰਗੇ ਦਿਨ ਆ ਜਾਣਗੇ, ਕੋਈ ਸੁਧਾਰ ਹੋਣ ਦੇ ਚਾਂਸਸ ਹੈਗੇ, ਸਰਕਾਰ ਬਚਾਅ ਚੂ ਲੈਣਗੇ, ਜਾਂ ਕੀ ਲੱਗਦਾ ਕਿ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਵੱਡਾ ਫੈਸਲਾ ਲੈ ਕੇ, ਵੱਡਾ ਕਦਮ ਚੁੱਕ ਕੇ ਕੋਈ ਵੱਡੀ ਤਬਦੀਲੀ ਕਰ ਦੇਵੇ? ਇਦਾਂ ਦਾ ਕੁਝ ਲੱਗਦਾ ਜੀ? ਪਿਛਲੀ ਟਾਊਨ ਤੇ ਮੇਰਾ ਖਿਆਲ ਆਪਾਂ ਗੱਲ ਸ਼ੁਰੂ ਕੀਤੀ ਸੀ ਤਾਂ ਬਾਅਦ ਚ ਵਾਪਰੀ ਜੋ ਹੋ ਗਈ ਹੈ। ਹਾਂਜੀ, ਆਪਾਂ ਇਹ ਕਿਹਾ ਸੀ ਕਿ ਕਾਂਗਰਸ ਦੇ ਵਿੱਚ 3 ਸੈਕਟਰ ਹੈ। ਹਾਂਜੀ, ਜਿਹਦੇ ਵਿੱਚ ਸੋਨੀਆ, ਹਾਂਜੀ, ਜਿਹਦੇ ਵਿੱਚ ਉਹਦੀ ਧੀ ਦਾ ਉਹਦਾ ਪੋਤਾ ਰਾਹੁਲ ਹੈ ਤੇ ਪ੍ਰਿਯੰਕਾ ਵਾਤਰਾ। ਹਾਂਜੀ, ਤਾਂ ਸਿੱਧੂ ਦਾ ਜਦੋਂ ਦਿੱਲੀ ਨੂੰ ਚੱਲਿਆ ਉਹਦਾ ਐਲਾਨ ਕਰਕੇ ਜਾਣਾ ਮੈਂ ਰਾਹੁਲ ਨੂੰ ਔਰ ਪ੍ਰਿਯੰਕਾ ਨੂੰ ਮਿਲਣ ਜਾ ਰਿਹਾ। ਕੀ ਤੁਸੀਂ ਸਮਝਦੇ ਆ ਕਿ ਉਹ ਇਹਦਾ ਪਾਵੇਗਾ ਕਿ ਜਿਹੜਾ ਬਿਨਾਂ ਗੱਲਬਾਤ ਤੋਂ, ਬਿਨਾਂ ਸੱਦੇ ਤੋਂ ਤੁਰ ਪਿਆ ਹੋਊਗਾ? ਤੁਸੀਂ ਐਲਾਨ ਕਰਕੇ ਕਦੇ ਚੁੱਪ ਕਰਕੇ ਵੀ ਜਾ ਸਕਦਾ ਸੀ। ਇੱਕ ਤਾਂ ਇਹ ਹੈ ਕਿ ਭਾਰਤ ਹੈ ਕਿ ਸੱਦਿਆ ਨਹੀਂ ਗਿਆ ਸੀ। ਹੁਣ ਮਜਬੂਰੀ ਕੀ ਬਣੀ, ਇਹ ਸੋਚਣ ਵਾਲੀ ਗੱਲ। ਸਿੱਧੂ ਉਹਨਾਂ ਦੇ ਸੱਦੇ ਦੇ ਗਿਆ ਸੀ। ਸਿੱਧੂ ਨੂੰ ਮੈਂ ਸਮਝਦਾ ਕਿ ਉਹ ਇਹੋ ਜਿਹਾ ਦਲੇਰ ਆਦਮੀ ਆ ਜਿਹਨੇ ਇਹਨਾਂ ਦੀਆਂ ਚੂੜਾਂ ਹਲਾਤੀਆਂ ਜਿੰਨੇ ਡਾਕੂ ਹੈ। ਔਰ ਉਹਨੇ ਐਲਾਨ ਕਰਕੇ ਕਿਹਾ ਕਿ ਮੈਂ ਇਹਨਾਂ ਨੂੰ ਚੂੜਾਂ ਹਰਾਮ ਕਰਨਾ ਜਿਹਨਾਂ ਨੇ ਬਰਬਾਦ ਕਰਤਾ ਸਭ ਕੁਛ, ਪੰਜਾਬ ਨੂੰ ਬਰਬਾਦ ਕਰਤਾ, ਪ੍ਰਦਾਨ ਕਰ ਦਿੱਤਾ। ਠੀਕ ਹੈ, ਇਹ ਗੱਲ ਕੋਈ ਮਤਲਬ ਗਲਤ ਨਹੀਂ ਹੈ। ਇਹ ਬੜੇ ਪਹਿਲੇ ਸਮੇਂ ਤੋਂ ਹੀ 2 ਤਰ੍ਹਾਂ ਦੀ ਗੱਲ ਚੱਲਦੀ ਰਹੀ ਆ ਸੈਂਟਰ ਦੇ ਵਿੱਚ। ਰਾਹੁਲ ਔਰ ਪ੍ਰਿਯੰਕਾ ਇਹ ਨਹੀਂ ਸੀ ਚਾਹੁੰਦੇ ਕਿ ਕੈਪਟਨ ਦੇ ਹੱਥ ਕਮਾਂਡ ਦਿੱਤੀ ਜਾਵੇ ਪਿਛਲੀਆਂ ਚੋਣਾਂ 'ਚ। ਠੀਕ ਹੈ, ਤੁਹਾਨੂੰ ਯਾਦ ਹੋਣਾ ਕਿ ਕੈਪਟਨ ਨੇ ਧਮਕੀ ਦਿੱਤੀ ਸੀ ਨਵੀਂ ਪਾਰਟੀ, ਹੋਰ ਪਾਰਟੀ, ਨਵੀਂ ਪਾਰਟੀ ਖੜੀ ਕਰੂਗਾ। ਔਰ ਉਸ ਸਮੇਂ ਵਿੱਚ ਵੀ ਜਿਹੜਾ ਬਾਹਰ ਰੋਡ ਕੇ ਮੁੱਖ ਮੰਤਰੀ ਦੀ ਕੁਰਸੀ ਰਹਿਣੀ ਏਦਾਂ ਹੋਈ ਸੀ। ਇੱਕ ਗੱਲ। ਦੂਸਰੀ ਗੱਲ, ਕਦੇ ਬਾਹਰ ਰੋਡ ਕੇ ਨਹੀਂ, ਤੁਸੀਂ ਸ਼ਾਇਦ ਜਾਣਦੇ ਹੋ, ਮੇਰੇ ਸੁਣਤੇ ਜਾਣਦੇ ਕਿ ਨਹੀਂ, ਕਿ ਸਿੱਧੂ ਅਜੇ ਬਾਅਦ ਵਿੱਚ ਆਉਂਦਾ ਕਾਂਗਰਸ ਤੇ ਬਾਅਦ ਵਿੱਚ ਪ੍ਰਿਯੰਕਾ ਤੇ ਉਹਦੇ ਨੇੜੇ ਜਾਂਦਾ ਰਾਹੁਲ ਦੇ। ਪਰ ਉਹਨਾਂ ਦੀ ਮਾਂ ਜਿਹੜੀ ਆ ਉਹਦਾ ਤੇ ਉਹਦੇ ਵਿਆਹ ਤੋਂ ਵੀ ਪਹਿਲਾਂ ਕੈਪਟਨ ਦੇ ਨਾਲ, ਕੈਪਟਨ ਦੇ ਪਰਿਵਾਰ ਨਾਲ ਉਹਨਾਂ ਦੇ ਬੜੇ ਨੇੜਲੇ ਰਿਲੇਸ਼ਨ ਸੀ। ਠੀਕ ਹੈ, ਉਹ ਕਿੱਥੋਂ ਤੱਕ ਸੀ ਕਿ ਜਦੋਂ ਅਜੇ ਸੋਨੀਆ ਦਾ ਵਿਆਹ ਨਹੀਂ ਸੀ ਹੋਇਆ, ਜਦੋਂ ਉਹ ਦਿੱਲੀ ਆਉਂਦੀ ਸੀ ਤੇ ਉਹ ਕੈਪਟਨ ਉਹਨਾਂ ਦੇ ਮਤਲਬ ਕੈਪਟਨ ਉਹਨਾਂ ਦੀ ਕੋਠੀ ਠਹਿਰਦੀ ਸੀ। ਹੁਣ ਤੁਸੀਂ ਦੱਸੋ, ਜੇ ਪਰਸਨਲ ਸੰਬੰਧਾਂ ਦੀ ਗੱਲ ਕਰੀਏ, ਉਹ ਕੈਪਟਨ ਦੇ ਜ਼ਿਆਦਾ ਹੋ ਜਾਂ ਸਿੱਧੂ ਦੇ ਜ਼ਿਆਦਾ ਹੋਣਗੇ? ਬਿਲਕੁਲ। ਹੁਣ ਜੇ ਆਪਾਂ ਪਰਸਨਲ ਰਿਲੇਸ਼ਨ ਛੱਡ ਵੀ ਦੇਈਏ ਤਾਂ ਹੁਣ ਮਸਲਾ ਕੀ ਆਉਂਦਾ ਕਿ ਇਸ ਵੇਲੇ ਜੋ ਸਥਿਤੀ ਹੈ ਕਿ ਉਹਦੇ ਵਿੱਚ ਕੇਂਦਰ ਦੀ ਲੀਡਰਸ਼ਿਪ ਕੈਪਟਨ ਵਰਗੇ ਹੰਡੇ ਵਰਤੇ ਤੇ ਉਹਦੇ ਨਾਲ ਜਿੰਨੇ ਵੀ ਐਮਐਲਏ ਮੰਤਰੀ ਆ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਕਰਕੇ ਸਿੱਧੂ ਨੂੰ ਜਿਹੜਾ ਹੈਗਾ ਉਹਨੇ ਲਿਆ ਮੇਰਾ ਮੁਕਾਬਲੇ ਇਦਾਂ ਸਬਬ ਲੱਗ ਗਈ। ਹੁਣ ਇਹ ਟਕਰਾਅ ਹੈ ਇੱਥੇ ਦੋਵਾਂ ਭੈਣ ਭਰਾਵਾਂ 'ਚ ਤੇ ਉਹਨਾਂ ਦੀ ਮਦਦ ਦੇ ਨਾਲ ਵੀ ਇਹ ਗੱਲ ਕੁਝ ਕੰਟਰੋਵਰਸ਼ਲ ਬਣ ਜਾਂਦੀ ਹੈ, ਭਾਵੇਂ ਕਿ ਸਿੱਧੇ ਰੂਪ 'ਚ ਨਹੀਂ ਪਰ ਕਿਸੇ ਢੰਗ ਨਾਲ। ਉਹ ਚਾਹੁੰਦੇ ਸੀ ਕਿ ਸਿੱਧੂ ਨੂੰ ਬੁਲਾ ਕੇ ਇਸ ਕਿਸਮ ਦੀ ਸਾਰੀ ਕਰੀਏ ਕਿ ਤੂੰ ਬਹੁਤ ਚੰਗਾ ਕੰਮ ਕਰ ਰਿਹਾ, ਕਿਉਂਕਿ ਉਹ ਬਿਨਾਂ ਕਿਸੇ ਦੀ ਮਤਲਬ ਸਪੋਰਟ ਤੋਂ, ਕੇਂਦਰ ਦੇ ਸਪੋਰਟ ਤੋਂ ਬਿਨਾਂ ਉਹ ਬੋਲ ਨਹੀਂ ਰਿਹਾ। ਇਹਦਾ ਬੇਵਕੂਫ ਨਹੀਂ, ਉਹ ਪਹਿਲਾਂ ਚੁੱਪ ਕਰਕੇ ਬੈਠਾ ਰਿਹਾ ਨਾ 6 ਮਹੀਨੇ। ਸੋ ਉਹ ਗਿਆ ਤਾਂ ਇਸ ਆਸਰਾ ਸੀ ਵੀ ਮੈਨੂੰ ਸ਼ਾਬਾਸ਼ੀ ਮਿਲਣੀ ਹੈ। ਪਰ ਇਹਦੇ ਦੌਰਾਨ ਕੈਪਟਨ ਨੇ ਸੋਨੀਆ ਨਾਲ ਕੋਈ ਗੱਲਬਾਤ
ਹੈ ਚੱਲਦਾ। ਠੀਕ ਹੈ ਜੀ। ਸੋ ਉਹ ਬਦਲਾ ਵੀ ਸੀ ਕਿਉਂਕਿ ਜੋ ਅੱਜ ਸਾਰੇ ਇਹਦੇ ਨਾਲ ਕੋਈ ਐਮਐਲਏ ਨਹੀਂ ਹੈ। ਇੱਕ ਗੱਲ ਨੰਬਰ 2 ਉੱਥੇ ਜਾ ਕੇ ਜਿਹੜੀ 3 ਮੈਂਬਰੀ ਕਮੇਟੀ ਸੀ ਉਹਦੇ ਸਾਹਮਣੇ ਕਿਸੇ ਐਮਐਲਏ ਨੇ ਸਿੱਧੂ ਦੀ ਸਪੋਰਟ ਨਹੀਂ ਕੀਤੀ, ਇਹਦਾ ਵਿਰੋਧ ਕੀਤਾ। ਇਹ ਵੀ ਰਿਪੋਰਟ ਆਈ। ਠੀਕ ਹੈ। ਕਿਉਂਕਿ ਮੇਰੇ ਇੱਕ ਬਹੁਤ ਹੀ ਨੇੜਲਾ ਦੋਸਤ ਹੈ ਉੱਥੇ ਜਰਨਲਿਸਟ, ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਵੀ ਜਿਸ ਵੇਲੇ ਗੈਪ ਹੋ ਗਿਆ ਅਸੀਂ ਲੱਭਦੇ ਰਹੇ ਹਾਂ, ਤੁਹਾਨੂੰ ਪਤਾ ਨਹੀਂ ਜਰਨਲਿਸਟਾਂ ਦੀ ਵੀ ਬੜੀ ਪਹੁੰਚ ਹੁੰਦੀ ਹੈ ਕਿ ਕਹਿੰਦੇ ਸਾਡੇ ਕੋਲੇ ਹੋਇਆ ਗੈਪ। ਤੇ ਬਾਅਦ ਵਿੱਚ ਜਿਹੜੀ ਉਹ ਫੋਟੋ ਆਉਂਦੀ ਆ ਉੱਥੇ ਤਾਂ ਗੱਲ ਕਰੀਏ ਉਹਨੇ ਆਪ ਵੀ ਮੰਨ ਲਿਆ ਮੈਂ ਪ੍ਰਿਅੰਕਾ ਵਾਡਾ ਨੂੰ ਮਿਲਿਆ ਰਾਹੁਲ ਨਾਲ ਗੱਲ ਹੋ ਗਈ ਹੈ, ਉੱਥੇ ਹੀ ਹੈ। ਅੱਜ ਦੀ ਡੇਟ ਤੱਕ ਸਿੱਧੂ ਵਾਪਸ ਨਹੀਂ ਆਇਆ। ਉਹਦੀ ਕੋਸ਼ਿਸ਼ ਹੈ ਕਿ ਰਾਹੁਲ ਨਾਲ ਮਿਲਿਆ ਜਾਵੇ। ਹੁਣ ਉੱਥੇ ਪਿੰਡ ਦੇ ਆਪਾਂ ਦੇ ਪਿਆ ਹੁੰਦਾ ਤੇ ਇੱਕ ਪਾਸੇ ਤੁਸੀਂ ਸ਼ਿਸ਼ਕਾਰਤਾ ਮੈਨੂੰ ਚਾਰ ਵਜੇ ਖਿੱਚਦੇ ਕੰਮ ਤੇ ਜਦੋਂ ਮੈਂ ਮਤਲਬ ਆਪਣੇ ਮੋਬਾਈਲਾਂ ਛੱਡ ਗਏ ਆ ਤਾਂ ਉਸ ਵੇਲੇ ਤੇ ਦੌੜ ਤੋਂ ਤੇ ਗੱਲ ਕੇ ਮਾੜੀ ਲੱਗਦੀ ਨਾ ਕਿਉਂਕਿ ਸਰੋਂ ਸੱਚ ਤੇ ਖੜਾ। ਪਰ ਦੂਜੇ ਪਾਸੇ ਉਹਨਾਂ ਦੀ ਮਜਬੂਰੀ ਹੈ ਕਿ ਸਾਰਾ ਝੁੱਗਾ ਤੋੜ ਇੱਥੋਂ ਹੁੰਦਾ ਤਾਂ ਰਾਜਸਥਾਨ 'ਚ ਵੀ ਹੋ ਜੂ, ਉਹਨਾਂ ਥਾਵਾਂ ਤੇ ਵੀ ਹੋ ਜੂ, ਫੈਸਟੀਵਲ ਕਰੂਗਾ। ਕਿਉਂਕਿ ਨਵੇਂ ਔਰ ਪੁਰਾਣੇ ਜਿਹੜੇ ਬਲਾਗੂ ਉਹਨਾਂ ਵਿੱਚ ਵੀ ਟਕਰਾਅ ਆ ਗਿਆ ਇਸ ਗੱਲ ਵੀ ਜਿਹੜਾ ਕੱਲ ਕਾਂਗਰਸ 'ਚ ਆਉਂਦਾ ਸੀ ਸਾਡੇ ਹੀ ਉਮਰਾਂ ਲਾਪੀਆਂ ਤੇ ਜਿੱਥੇ ਇੱਕ ਪਾਰਟੀ ਨੇ ਰੱਖਿਆ ਉੱਥੇ ਰਹੇ ਆ ਤੇ ਅੱਜ ਉਹ ਦਿਲਨ ਕਾਰੇ ਸਾਰਿਆਂ ਨੇ ਕਿ ਕਿਵੇਂ ਬਰਦਾਸ਼ਤ ਹੋ ਜੇ ਕੱਲ ਨੂੰ ਪ੍ਰਧਾਨ ਬਣਾਉਣ ਤੇ ਕੌਣ ਬਣੂਗਾ ਗੱਲ ਉਹਦੇ ਜਲੂਸ ਨਾ ਨਿਕਲਦੇ। ਇਸ ਕਰਕੇ ਬੜੀ ਕ੍ਰਿਟੀਕਲ ਪੋਜੀਸ਼ਨ ਹੈ ਕਾਂਗਰਸ ਦੀ ਜਿਹਦਾ ਕਿ ਇੱਥੋਂ ਹੀ ਲੱਗਦਾ ਕਿ ਅੰਦਰੋਂ ਬੜੀ ਕਮਜ਼ੋਰ ਹੋ ਚੁੱਕੀ। ਠੀਕ ਹੈ। ਬਹੁਤ ਵਿਰੋਧ ਹੈ। ਠੀਕ ਹੈ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਖੈਰ ਇੱਕ ਗੱਲ ਦਾ ਗੁੱਸਾ ਹੈਗਾ ਹੀ ਹੈ ਨਾ ਕਿ ਜਿਹੜੇ ਡਾਕੂ ਹੈ ਇਹਨਾਂ ਨੂੰ ਐਕਸਪੋਜ਼ ਕਰਨ ਵਾਲਾ ਔਰ ਇਹਨਾਂ ਦੇ ਪਰਚੇ ਦੇ ਜਿਹੜਾ ਜਿਵੇਂ ਸਤਵੀਰ ਨੇ ਕੀ ਕਿਹਾ, ਸਤਵੀਰ ਕਹਿੰਦਾ ਜੀ ਇਹ ਪੈਸੇ ਕਰਕੇ ਤੇ ਮਜ਼ਾਇਲ ਹੈ ਸਿੱਧੂ। ਇਹ ਜਿਸ ਵੇਲੇ ਮਜ਼ਾਇਲ ਛੋੜਦੀ ਹੈ ਇਹ ਵੀ ਹੋ ਸਕਦਾ ਕਹਿੰਦਾ ਜੇ ਆਪਣੇ ਆਪ ਕੀ ਆਵਾਜ਼ ਹੈ। ਠੀਕ ਹੈ। ਤੇ ਇਹ ਮਜ਼ਾਇਲ ਜਿਹੜੀ ਹੈ ਕਿਤੇ ਵੀ ਜਾ ਕੇ ਸੁੱਟਦਾ। ਅੱਛਾ ਚਲੋ ਇਹ ਮੰਨਿਆ ਨਾ ਉਹਨੇ ਮਜ਼ਾਇਲ ਹੈਗੀ ਆ ਤਾਕਤਵਰ ਵੀ ਹੈ। ਬਿਲਕੁਲ ਹਾਂਜੀ। ਇਹ ਵੀ ਮੰਨ ਲਿਆ ਕਿਤੇ ਫੋਕੇ ਪੈਰ ਨਹੀਂ ਹੈ ਤੇ ਸਿੱਧੂ ਦਾ ਜਵਾਬ ਸੁਣ ਲਓ। ਇਹਦਾ ਮਿਸਟਰ ਗੱਲ ਮੇਰੀ ਸੁਣੋ, ਇਹ ਗਾਈਡਡ ਮਜ਼ਾਇਲ ਹੈ, ਫੁੱਲੀ ਗਾਈਡਡ ਹੈ। ਹਾਂਜੀ। ਸਾਡਾ ਕਦੀ ਖੁੱਜਦਾ ਨਹੀਂ ਇਹਦਾ ਤੇ ਜਿੱਥੇ ਜਿਹੜਾ ਮੈਂ ਮਾਰੂੰਗਾ ਨਾ ਮਜ਼ਾਇਲ ਇਹ ਉੱਥੇ ਤੁਹਾਡੇ ਹੋਰਾਂ ਨੂੰ ਪੱਛੇ ਜਿਹੜੇ ਕੋਲ ਤੁਸੀਂ ਮਹਿਲ ਸਾਰੇ ਉਸਾਰੇ ਆ ਉੱਥੇ ਦਾ ਸਕੂਲ ਖੁੱਲਣੇ ਆ। ਇਹ ਉਹਦਾ ਸਟਾਈਲ ਆ ਗੱਲ ਕਰਨ ਦਾ। ਹਾਂਜੀ। ਹਾਂ ਨਹੀਂ ਸਹੀ ਵੀ ਸਟਾਈਲ ਹੈ। ਝੂਠ ਨਹੀਂ ਬੋਲਦਾ ਉਹਨੇ ਜਿਹੜਾ ਦੋਸ਼ ਲਾਇਆ ਸੱਚੀ ਝੂਠੇ ਆ ਸੋਚੋ ਉਹ ਸੱਚ ਹੈ। ਪਰ ਪ੍ਰੋਬਲਮ ਕੀ ਹੈ ਸਿੱਧੂ ਦੀ ਪ੍ਰੋਬਲਮ ਕੀ ਹੈ ਕਿ ਸਿੱਧੂ ਅੱਜ ਤੱਕ ਇਹ ਚੀਜ਼ ਨਹੀਂ ਸਮਝ ਸਕਿਆ ਕਿ ਮੈਂ ਕਿਹੜੇ ਪਲੇਟਫਾਰਮ ਤੇ ਖੜਾ ਹੋ ਕੇ ਫਾਇਰ ਕਰ ਰਿਹਾ। ਉਹ ਪਲੇਟਫਾਰਮ ਜਿੱਥੇ ਮੈਂ ਖੜਾ ਆ ਖੁਦ ਭ੍ਰਿਸ਼ਟਾਚਾਰ ਉਹਨੇ ਐਲਾਨ ਵੀ ਕਰਤਾ। ਹੁਣ ਤੁਸੀਂ ਦੱਸੋ ਕਿ ਭ੍ਰਿਸ਼ਟਾਚਾਰ ਦੇ ਖੂਜ ਬਣ ਕੇ ਤੁਸੀਂ ਉਹਦੇ ਵਿਰੁੱਧ ਜਿਹੜੀਆਂ ਫਾਇਰਿੰਗ ਕਰ ਰਹੇ ਆ ਉਹਦੇ ਵਿੱਚ ਕੱਲੇ ਹੋ ਕੇ ਲੜ ਰਹੇ ਆ ਉਹਦੇ ਵਿੱਚ ਕੀ ਸਿੱਟਾ ਨਿਕਲੂਗਾ? ਤੁਸੀਂ ਕਿਉਂ ਨਹੀਂ ਪਾਸੇ ਹੁੰਦੇ? ਅੱਜ ਹੁਣ ਉਸ ਸਮੇਂ ਜਿਸ ਸਮੇਂ ਲੋਕ ਐਲਾਨ ਕਰਕੇ ਲਲਕਾਰ ਰਹੇ ਆ ਸਰਕਾਰ ਨੂੰ ਇਸ ਸਿਸਟਮ ਨੂੰ ਤੇ ਇਹ ਭ੍ਰਿਸ਼ਟ ਸਿਸਟਮ ਇਹ ਜਿਹਨੇ ਸਾਰੇ ਦੇਸ਼ ਦੇ ਲੋਕਾਂ ਨੂੰ ਲੁੱਟ ਕੇ ਖਾ ਲਿਆ, ਜਿਨ੍ਹਾਂ ਨੇ ਲੋਕਾਂ ਨੂੰ ਕੰਗਾਲ ਕਰਤਾ, ਜਿਉਣ ਜੋਗੇ ਨਹੀਂ ਛੱਡਿਆ, ਇਹਦੇ ਵਿਰੁੱਧ ਅਸੀਂ ਡਟ ਕੇ ਖੜੇ ਲੜ ਰਹੇ ਆ ਉਹ 7 ਮਹੀਨੇ ਤੋਂ। ਠੀਕ ਹੈ ਜੀ। ਤਾਂ ਕੀ ਸਿੱਧੂ ਨੂੰ ਪਤਾ ਨਹੀਂ? ਸਿੱਧੂ ਆਪਣੀ ਕੋਠੀ ਦੇ ਉੱਤੇ ਅੰਮ੍ਰਿਤਸਰ ਵਾਲੀ ਦੇ ਪਟਿਆਲੇ ਜਾ ਕੇ ਕਾਲੇ ਝੰਡੇ ਲਾ ਕੇ ਕਹਿ ਰਿਹਾ ਕਿ ਉਹਨਾਂ ਤੇ ਝੂਠਦੇ ਰਹਿਣਗੇ ਜਿੰਨਾ ਚਿਰ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੁੰਦੀ ਤੇ ਉਹ ਭਲੇ ਮਾਰਚ ਤੂੰ ਉਸ ਫਰੰਟ 'ਚ ਚੱਲ। ਉਹ ਇਹ ਕੀ ਕਰ ਰਿਹਾ? ਇੱਥੋਂ ਕੀ ਲੱਗੂਗਾ? ਉਹ ਲੱਭਾ ਕੀ ਹੈ? ਹੋ ਗਿਆ ਇਹਨੇ ਆਪਣਾ ਟਾਈਮ ਵੀ ਲਾਇਆ, ਸਭ ਕੁਛ ਕੀਤਾ, ਕੀ ਹੋਇਆ? ਇਹਨੂੰ ਕਿਵੇਂ ਮੰਤਰੀ ਦੇ ਉਹਦੇ ਤੋਂ ਲਾਇਆ ਗਿਆ? ਇੱਕ ਹੋਰ ਮਜ਼ਾਇਲ ਦੀ ਮੈਂ ਗੱਲ ਕਰਨੀ ਚਾਹੁੰਦਾ ਜੀ। ਪੱਛਮੀ ਬੰਗਾਲ ਦੇਸ਼ ਦੇ ਦੂਜੇ ਪਾਸੇ ਉੱਥੇ ਮਜ਼ਾਇਲ ਹੈ ਜੀ ਮਮਤਾ ਬੈਨਰਜੀ। ਉਹਦਾ ਜਿਹੜਾ ਨਿਸ਼ਾਨਾ ਉਹ ਪੱਕਾ ਹੀ ਹੁੰਦਾ ਜੀ। ਹੁਣ ਤੱਕ ਕੇਂਦਰ ਸਰਕਾਰ ਨੇ ਕੋਈ ਢੰਗ ਤਰੀਕਾ ਨਹੀਂ ਛੱਡਿਆ ਸੀਗਾ ਉਹਨੂੰ ਬਦਨਾਮ ਕਰਨ ਲਈ, ਉਹਨੂੰ ਕੁਰਸੀ ਤੋਂ ਲਾਉਣ ਦੇ ਲਈ, ਉਹਦੀ ਪਾਰਟੀ ਨੂੰ ਪਹਿਲਾਂ ਹਰਾਉਣ ਦੇ ਲਈ। ਕੋਈ ਇਹੋ ਜਿਹਾ ਛੜਯੰਤਰ ਜਿਹੜਾ ਸੀ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਵਰਤਿਆ ਨਹੀਂ। ਹੁਣ ਉਹਦੇ ਜਿਹੜੀ ਮਜ਼ਾਇਲ ਛੱਡੀ ਹੈ ਜੀ ਤੇ ਉਹਦੇ 'ਚ ਫਸ ਗਿਆ ਗਵਰਨਰ ਜਿਹੜਾ ਇਹਨਾਂ ਦਾ ਧੂਤਾ ਸੀਗਾ ਸੈਂਟਰ ਗਵਰਨਮੈਂਟ ਦਾ, ਜਿਹੜਾ ਕਿਸੇ ਨਾ ਕਿਸੇ ਬਹਾਨੇ ਮਮਤਾ ਬੈਨਰਜੀ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ 'ਚ ਲੱਗਾ ਹੀ ਰਹਿੰਦਾ ਸੀ। ਇਹ ਕੀ ਮਸਲਾ ਹੈ ਸਾਰਾ? ਪਹਿਲਾਂ ਤਾਂ ਸਮਝ ਲੈਣਾ ਚਾਹੀਦਾ ਵੀ ਇਹ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਮੋਦੀ ਦੀ ਸਰਕਾਰ
ਨਾ ਹੀ ਕਹਾਂਗੇ, ਪਾਰਟੀ ਦੀ ਗੱਲ ਹੀ ਹੈ। ਹੂੰ ਉਸ ਸਮੇਂ ਤੋਂ ਇਹਨਾਂ ਨੇ ਚੁਣ ਕੇ ਗਵਰਨਰ ਲਾਏ। ਹਾਂਜੀ, ਛੱਡ ਕੇ ਬਿਲਕੁਲ। ਇਹਨਾਂ ਨੇ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਹਾਂਜੀ, ਕਿ ਕਿਤੇ ਕੋਈ ਇਮਾਨਦਾਰ ਤਾਂ ਨਹੀਂ ਜਿਹੜਾ ਸਾਡੇ ਤੋਂ ਗਵਰਨਰ ਲੱਗ ਜਾਵੇ। ਠੀਕ ਹੈ, ਠੀਕ ਹੈ। ਕਿਤੇ ਕੋਈ ਇਹੋ ਜਿਹਾ ਤਾਂ ਨਹੀਂ ਜਿਹੜਾ ਮਤਲਬ ਕਾਨੂੰਨ ਅਨੁਸਾਰ ਚੱਲੂਗਾ, ਜਿਹੜਾ ਸਾਨੂੰ ਪਾਠ ਪੜਾਊ। ਇਹਨਾਂ ਨੇ ਉਹ ਬੰਦੇ ਲੈ ਕੇ ਆਉਂਦੇ ਸਾਹਮਣੇ ਜਿਹੜੇ ਇਹਨਾਂ ਦੇ ਭਾਜਪਾ ਸਰਕਾਰ ਦੇ ਕੇਂਦਰ ਸਰਕਾਰ ਦੇ ਏਜੰਟ ਬਣ ਕੇ ਕੰਮ ਕਰ ਰਹੇ, ਗਵਰਨਰ ਬਣ ਕੇ ਨਹੀਂ। ਠੀਕ ਹੈ। ਮਤਲਬ ਇਹ ਪ੍ਰੂਵ ਹੋ ਗਿਆ ਸਰ। ਹਾਂਜੀ, ਹੁਣ ਪੱਛਮੀ ਬੰਗਾਲ ਦੇ ਵਿੱਚ ਗਏ ਸੀ ਮਤਲਬ ਮੋਰਚਾ ਜਿੱਤਣ। ਹਾਂਜੀ, ਉੱਥੇ ਜਿਹੜਾ ਇਹ ਗਵਰਨਰ ਹੈ ਉੱਥੋਂ ਦਾ ਉਹਨੇ ਕੀ ਰੋਲ ਕੀਤਾ ਸੀ, ਇਹ ਵੀ ਕਿਸੇ ਤੋਂ ਭੁੱਲਿਆ ਹੋਇਆ ਹੈ। ਹਾਂਜੀ, ਇਸ ਗਵਰਨਰ ਨੇ ਸਾਰੀਆਂ ਮਰਿਆਦਾਵਾਂ ਛੱਡ ਕੇ ਭਾਜਪਾ ਦੇ ਵਰਕਰ ਦੀ ਤਰ੍ਹਾਂ ਕੰਮ ਕੀਤਾ। ਹਾਂਜੀ, ਬਿਲਕੁਲ। ਔਰ ਜਿੰਨਾ ਵੱਡਾ ਬਦਲਾਵ ਕਰਦੇ ਲਈ ਉਦੋਂ ਦੀ ਮਮਤਾ ਨੂੰ ਜਾਂ ਉਹਦੀ ਪਾਰਟੀ ਨੂੰ ਇਹਨੇ ਰੋਲ ਕੀਤਾ, ਪਰ ਅੱਜ ਵੀ ਉਹ ਕਰ ਰਿਹਾ। ਉਹਨੂੰ ਪਤਾ ਹੀ ਨਹੀਂ ਕਿ ਗਵਰਨਰ ਦਾ ਕੀ ਅਸੂਲ ਹੈ, ਕੀ ਨਿਯਮ ਹੈ। ਹੁਣ ਜਿਸ ਵੇਲੇ ਮਮਤਾ ਨੇ ਦੋਸ਼ ਲਾਇਆ ਇਹ ਤਾਂ ਭ੍ਰਿਸ਼ਟ ਬੰਦਾ ਸਕੈਂਡਲਾਂ 'ਚ ਫਸਿਆ ਔਰ ਸਕੈਂਡਲਾਂ 'ਚ ਫਸੇ ਹੋਏ ਨੇ। ਮਤਲਬ ਮੋਦੀ ਦੀ ਹੀਨ ਮੰਨ ਕੇ ਉਹਦੇ ਮੋਰੇ ਮਿੰਟਾਂ ਤਰਲੇ ਕਰਕੇ ਗਵਰਨਰ ਦਾ ਰੱਖ ਲਿਆ। ਇਹਦਾ ਗਵਰਨਰ ਦਾ ਕਾਬਲ ਹੀ ਨਹੀਂ। ਇਹਦਾ ਬਹੁਤ ਵੱਡੇ ਸਕੈਂਡਲ 'ਚ ਰਿਹਾ। ਤਾਂ ਸਕੈਂਡਲ ਕੀ ਸੀ ਉਹ ਅੱਜ ਯਾਦ ਹੋ ਗਿਆ ਸਾਰਾ। ਠੀਕ ਹੈ ਜੀ। ਹੁਣ ਜਵਾਬ ਕੀ ਹੈ? ਸਕੈਂਡਲ ਉਹ ਕੀ ਸੀ? ਇਹ ਐਮਪੀ ਸਿੰਘ ਪੁਰਾਣੀ ਗੱਲ ਹੈ, 1993 ਦੇ ਲਗਭਗ। 1993 ਦੇ ਵਿੱਚ ਇੱਕ ਜੈਨ ਹਵਾਲਾ ਕਾਂਡ ਬੜਾ ਵੱਡਾ ਘਪਲਾ ਜਿਹੜਾ ਸੀ ਉਹ ਸਾਹਮਣੇ ਆਇਆ ਸੀ। ਬਹੁਤ ਵੱਡਾ ਫਰਾਡ, ਜਿਹਦੇ ਵਿੱਚ ਬਹੁਤ ਸਾਰੇ ਮੰਤਰੀ ਜਿਹੜੇ ਬਾਅਦ ਨਵੀਆਂ ਨੂੰ ਨਿਕਲੇ ਉਹ ਵੀ ਫਸੇ ਹੋਏ ਆ। ਉਹਦੇ ਵਿੱਚ ਸਾਰਾ ਕੁਝ ਡਿਟੇਲ ਆ ਗਈ ਸੀ। ਔਰ ਇਹ ਗੱਲ ਤਾਂ ਲੰਬੀ ਆ, ਇਹਦੀ ਮੈਂ ਇਹਦੇ ਬਾਰੇ 'ਚ ਜਿਹੜਾ ਵਿਕਟੀ ਆਫ ਟਰੁੱਥ ਹੈ ਗਰੁੱਪ ਦੇ ਵਿੱਚ ਇੱਕ ਵੀਡੀਓ ਪਾਈ ਡਿਟੇਲ, ਜਿਹੜੇ ਇੱਕ ਨੂੰ ਟੱਚ ਹੈਗਾ ਉਹ ਸਾਰੇ ਜ਼ਰੂਰ ਦੇਖਣ। ਉਹਦੇ ਵਿੱਚ ਕੀ ਹੋਇਆ ਕਿ ਜੈਨ ਹਵਾਲਾ ਕਾਂਡ ਜਿਹੜਾ ਇਹਦੇ ਵਿੱਚ ਆਪਣੇ ਉਸ ਸਮੇਂ ਦਾ ਇੱਕ ਬਹੁਤ ਵੱਡਾ ਜਰਨਲਿਸਟ ਸੀ ਜਿਹੜਾ ਅੱਜ ਵੀ ਉਹ ਬਿਆਨ ਦੇ ਰਿਹਾ ਵੀ ਮੈਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਸ ਸਿਸਟਮ ਨੇ ਮੇਰੀ ਇੱਕ ਨਹੀਂ ਕਰਨੀ। ਉਹ ਉਸ ਸਮੇਂ ਇੱਕ ਵੱਡੀ ਹਿੰਦੀ ਅਖਬਾਰ ਦਾ ਉਹ ਲੀਡਰ ਸੀ 1993। ਉਸ ਵੇਲੇ ਉਹਨੇ ਜੈਨ ਹਵਾਲਾ ਕਾਂਡ ਦੀ ਡਿਟੇਲ ਜਿਹੜੀ ਅੱਜ ਵੀ ਫਰਕ ਕੀਤੀ ਹੈ। ਉਹਦੇ ਚੋਂ ਕਹਿੰਦਾ ਕਿ ਜਿਹੜਾ ਕੇਰਲਾ ਦਾ ਗਵਰਨਰ ਤੇ ਪੰਜਾਬ ਦਾ ਜਿਹੜਾ ਗਵਰਨਰ ਹੈ, ਕੇਰਲਾ ਦੇ ਗਵਰਨਰ ਦਾ ਨਾਮ ਹੈਗਾ ਆਰਿਫ ਮੁਹੰਮਦ ਖਾਨ। ਮਤਲਬ ਕੇਰਲਾ ਦੇ ਗਵਰਨਰ ਦੇ ਨਾਂ ਤੇ ਉਸ ਲਿਸਟ ਜਿਹੜੀ ਸਾਰੀ ਉਹਨੇ ਕੀਤੀ, ਉਸ ਲਿਸਟ ਦੇ ਵਿੱਚ ਉਹਨੇ ਲਏ ਸੀ 7 ਕਰੋੜ 50 ਲੱਖ ਰੁਪਏ। ਤੇ ਜਿਹੜਾ ਹੈਗਾ ਗਵਰਨਰ ਇਹ ਬੰਗਾਲ ਦਾ, ਇਹਦੇ ਨਾਂ ਤੇ ਸੀ ਜੀ 5 ਲੱਖ 25,00,000 ਰੁਪਇਆ, 5.25 ਲੱਖ। ਸੋ ਇਹ ਮਾਮਲਾ ਜਦੋਂ ਸਾਹਮਣੇ ਆਇਆ ਤੇ ਉਸ ਸਮੇਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਇਹ ਮੀਡੀਆ 'ਚ ਵੀ ਆਇਆ। ਉਸ ਸਮੇਂ ਦੇ ਵਿੱਚ ਹੀ ਜਿਹੜੀ CBI ਸੀ ਉਹਨੇ ਇਨਕੁਆਇਰੀਆਂ ਕੀਤੀਆਂ। ਇਨਕੁਆਇਰੀ ਦੇ ਵਿੱਚ ਉਹ ਸਾਰੇ ਬੰਦੇ ਨਿਕਲ ਆਏ। ਇਹ ਪੈਸਾ ਕਿੱਥੋਂ ਆ ਰਿਹਾ ਸੀ? ਇਹ ਪੈਸਾ ਆ ਰਿਹਾ ਸੀ ਦੁਬਈ 'ਚੋਂ ਤੇ ਇੰਗਲੈਂਡ ਦੇ ਵਿੱਚੋਂ, ਜਿਹੜਾ ਕਸ਼ਮੀਰ ਦੇ ਵਿੱਚ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਨੂੰ ਭੇਜਿਆ ਜਾ ਰਿਹਾ ਸੀ। ਹੁਣ ਤੁਸੀਂ ਦੇਖੋ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਪੈਸਾ ਆ ਰਿਹਾ ਸੀ ਇੰਗਲੈਂਡ ਦੇ ਵਿੱਚੋਂ ਦੁਬਈ 'ਚੋਂ, ਉਹਦੇ ਵਿੱਚੋਂ ਹਿੱਸਾ ਜਿਹੜਾ ਸੀ ਉਹ ਇੱਥੋਂ ਦੇ ਜਿਹੜੇ ਮੰਤਰੀ, ਜਿਹੜੇ ਇੱਥੋਂ ਦੇ ਆਗੂ ਔਰ ਜਿਹੜੇ ਕੁਛ ਵਕੀਲ ਸੀ ਉਦੋਂ ਜਿਹੜਾ ਸਦਰ ਇਹਨਾਂ ਸਾਰਿਆਂ ਨੂੰ ਵੀ ਉਹ ਲਿਸਟ ਜਿਹੜੀ ਬੜੀ ਲੰਬੀ ਲਿਸਟ ਹੈ, ਉਹਦੇ ਵਿੱਚੋਂ ਇਹ ਪੈਸਾ ਜਿਹੜਾ ਨਾਂ ਦੇ ਉੱਤੇ ਦਿੱਤਾ ਗਿਆ ਉਹ ਸਾਹਮਣੇ ਆ ਗਿਆ। ਉਹ ਡਾਇਰੀ ਪੜੀ ਗਈ ਸੀ, ਉਸ ਡਾਇਰੀ ਦੇ ਵਿੱਚੋਂ ਸਾਰਾ ਕੁਝ ਨਿਕਲ ਆਇਆ ਸੀ। ਉਹਨੂੰ ਲੁਕਾਉਣ ਲਈ, ਉਹਨਾਂ ਨੂੰ ਬਰੀ ਕਰਨ ਲਈ ਸਾਰੀਆਂ ਪਾਰਟੀਆਂ ਅੰਦਰ ਹੋ ਗਈ। ਕਿਉਂਕਿ ਉਸ ਸਮੇਂ ਦੇ ਵਿੱਚ ਮਤਲਬ ਜਿਹੜੀ ਸਰਕਾਰ ਸੀ ਇਹ ਸੀ ਨਰਸਿਮਹਾ ਰਾਓ ਦੀ। ਔਰ ਉਸ ਸਮੇਂ ਦੇ ਵਿੱਚ ਹੀ ਜਿਹੜੀ ਜਨਤਾ ਪਾਰਟੀ ਦੇ ਕੁਛ ਆਗੂ ਸੀ, BJP ਦੇ ਆਗੂ ਸੀ, ਇਹਨਾਂ ਨੂੰ ਪੈਸਾ ਗਿਆ ਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਸੀ। ਬਾਅਦ ਦੇ ਵਿੱਚ ਉਹਨੂੰ ਪਾਸੇ ਕਰਤਾ ਗਿਆ ਜੀ, ਮਤਲਬ ਜਿਹੜਾ ਕਰਵਾਨੀ ਬੜੀ ਉਹਨੂੰ ਵੀ ਪੈਸਾ ਗਿਆ। ਇਹ ਸਾਰਿਆਂ ਨੇ ਮਤਲਬ ਪੈਸਾ ਲਿਆ
ਲੈ ਕੇ ਆਉਣੇ ਸੀਗੇ ਪਰ ਸਿੱਧੂ ਨੂੰ ਵੀ ਹੱਕ ਲੈ ਲੈਣਾ ਚਾਹੀਦਾ ਕਿ ਜਿਹਦੇ ਵਿੱਚੋਂ ਮਤਲਬ ਇਮਾਨਦਾਰੀ ਭਾਲਣ ਡਿਆ ਵਿਚਾਰਾ, ਇਹ ਨਹੀਂ ਜੇ ਲੱਭਣੀ ਇਹਨੇ ਤੁਹਾਨੂੰ ਨਿਕਲ ਜਾਣਾ। ਔਰ ਇਸ ਪੱਧਰ ਤੇ ਨਿਕਲਿਆ ਜਾਊਗਾ ਕਿ ਪੂਰੀ ਲੈਫਟ ਮੂਵਮੈਂਟ ਅੱਜ ਕਿੱਥੇ ਜਾ ਖੜੀ ਕੀਤੀ। ਬਿਲਕੁਲ ਉਹ ਯੋਧੇ, ਉਹ ਬਹਾਦਰ, ਉਹ ਲੋਕ ਜਿਹੜੇ ਕੁਰਬਾਨੀਆਂ ਦੇ ਗਏ ਜਿਹੜੇ ਬਿਲਕੁਲ ਕਿਉਂ ਲੜਾ ਮੁੱਠੀਆਂ ਹਾਂਜੀ ਮਤਲਬ ਕਿਉਂ ਵਾਰ-ਵਾਰ ਅੰਦਰ ਜਿਹੜੇ ਇਨਕਲਾਬੀ ਸੀ ਉਹਨਾਂ ਨੇ ਆਪਣੇ ਸਟਾਈਲ ਜਿਹੜੀ ਸਭ ਲੈ ਜਾਂਦੇ। ਤੁਸੀਂ ਇੱਥੋਂ ਤੱਕ ਕਹੋਗੇ ਪੰਜਾਬ ਦੀ ਨੈਟਵਰਕ ਮੂਵਮੈਂਟ ਸੀ, ਉਹਨੂੰ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ ਜਦੋਂ ਸੱਤਿਆਨਾਰਾਇਣ ਨੇ ਜਾ ਕੇ ਉਸ ਵੇਲੇ ਚਰਨ ਸਿੰਘ ਸੀ ਮੰਤਰੀ ਕੇਂਦਰ ਦਾ ਬਣਿਆ, ਜਦੋਂ ਐਮਰਜੈਂਸੀ ਤੋਂ ਬਾਅਦ ਸਰਕਾਰ ਬਣੀ ਇਹਨਾਂ ਉੱਥੇ ਜਾ ਕੇ ਹੱਥ ਸੁੱਟਦੇ। ਤੁਹਾਨੂੰ ਪਤਾ ਨਹੀਂ ਉਹ ਕੀ ਹੋਇਆ? ਜਿਹਦੇ ਇਨਕਲਾਬੀ ਸੀ ਉਹਨਾਂ ਡਟ ਕੇ ਵਿਰੋਧ ਕੀਤਾ, ਕਹਿੰਦੇ ਬੀਜੇਪੀ ਦਿੱਤੀ ਪਾਰਲੀਮੈਂਟ ਜਾ ਕੇ ਤਾਕਤਵਰ ਹੋ ਜਾ। ਔਰ ਉਸ ਵੇਲੇ ਜੋ ਕੁਝ ਹੋਇਆ, ਜੋ ਵਾਪਰਿਆ, ਬੜੀ ਡਿਟੇਲ ਕਹਾਣੀਆਂ ਮੈਂ ਫਿਰ ਕਦੇ ਕਰੂੰਗਾ। ਇਹ ਸਾਰਾ ਕੁਝ ਕਿਉਂ ਵਾਪਰਿਆ, ਵਾਰ-ਵਾਰ ਹੋ ਗਿਆ? ਇਹ ਤੁਸੀਂ ਉਹ ਸਿਸਟਮ ਦੇ ਵਿੱਚ ਐਡੇ ਵੱਡੇ ਡਾਕੂ ਜਿਹੜੇ ਬੈਠੇ ਆ, ਉਹਨਾਂ ਕੋਲ ਉਹਨਾਂ ਚ ਕੋਈ ਸਾਧ ਲੱਭਣ ਤੁਰ ਜਾਓਗੇ, ਇਸ ਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ? ਹੁਣ ਹੋਈ ਜਿਹਦੇ ਤੇ ਅਸੀਂ ਪਾਸੇ ਨਹੀਂ, ਅਸੀਂ ਖੁਦ ਉਹ ਮਤਲਬ ਉਸ ਚੀਜ਼ ਨੂੰ ਦੇਖਿਆ ਵੀ ਹਟਾਇਆ ਵੀ ਆ ਕਿ ਕਿਸ ਢੰਗ ਦੇ ਨਾਲ ਜਿੰਨੇ ਵੀ ਮੀਡੀਆ ਸੀ, ਜਿੰਨੇ ਵੀ ਪੱਤਰਕਾਰ ਸੀ, ਜਿੰਨੇ ਵੀ ਇਨਕਲਾਬੀ ਸੀ, ਉਹਨਾਂ ਦੇ ਕਹਿਣ ਦੇ ਬਾਵਜੂਦ ਲਹਿਰਾਂ ਨੂੰ ਵਾਰ-ਵਾਰ ਸੁੱਟਦੇ ਰਹੇ ਸਕੂਲ ਚ। ਔਰ ਅੱਜ ਕਿਉਂ ਅਸੀਂ ਸਪੋਰਟ ਕਰ ਰਹੇ ਹਾਂ ਕਿ ਅੱਜ ਜਿਹੜਾ ਅੰਦੋਲਨ ਉੱਠਿਆ, ਜਿਹੜੇ ਲੋਕ ਰੋਡ ਦੇ ਵਿੱਚ ਅੱਜ ਬੈਠੇ ਆ, ਲੜ ਰਹੇ ਆ, ਇਹ ਸਾਰੇ ਕੁਛ ਨੂੰ ਹੀ ਸਾਰੇ ਸਿਸਟਮ ਨਾਲ ਟੱਕਰ ਰਹੇ ਆ। ਬਿਲਕੁਲ ਔਰ ਜਿਨ੍ਹਾਂ ਚਿਰ ਸਿਸਟਮ ਨਹੀਂ ਬਦਲਦਾ ਉਹਨਾਂ ਚਿਰ ਤੱਕ ਮਤ ਸੋਚੋ ਕਿ ਸਾਡਾ ਭਲਾ ਹੋ ਜੂ। ਸਰਕਾਰ ਆਉਂਦੀ ਉਹ ਪਜਾਮਾ ਪਾ ਕੇ ਆਉਂਦੀ, ਉਹ ਪੈਂਟ ਪਾ ਕੇ ਆਉਂਦੀ, ਸਾਡਾ ਭਲਾ ਕਰ ਦੂ, ਨਹੀਂ ਕਰਨਾ ਇਹਨਾਂ ਨੇ। ਠੀਕ ਹੈ ਪਟੇਲ ਸਾਹਿਬ, ਆਪਣਾ ਕੋਲ ਸਿਰਫ ਆਪਣਾ ਕੋਲ ਸਮਾਂ ਸਿਰਫ 8-9 ਮਿੰਟ ਹੈ ਜੀ, ਤੇ ਖਬਰਾਂ ਬੜੀਆਂ ਇੰਪੋਰਟੈਂਟ ਹੈ, ਪਰ ਉਹਨਾਂ 'ਚ ਦੋ ਮੈਂ ਜ਼ਰੂਰ ਛੂਹੂੰਗਾ ਜੀ ਖਬਰਾਂ। ਇੱਕ ਤਾਂ ਦੱਸਿਓ ਵੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਹੈ, ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਸਾਹਿਬ, 25-30 ਹਫ਼ਤੇ ਦੇ ਫਰਕ ਨਾਲ ਹੀ ਦੂਜੀ ਵਾਰੀ ਚੰਡੀਗੜ੍ਹ ਆ ਧਮਕੇ। ਮੈਨੂੰ ਜੋ ਲੱਗ ਰਿਹਾ ਸੀਗਾ ਕਿ ਜਿੱਦਾਂ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਅਜੇ ਜਿਹੜਾ ਉਹ ਕੰਵਰ ਵਿਜੇ ਪ੍ਰਤਾਪ ਨੂੰ ਅੰਮ੍ਰਿਤਸਰ ਜਾ ਕੇ ਪਾਰਟੀ 'ਚ ਸ਼ਾਮਲ ਕੀਤਾ, ਤੇ ਜ਼ਰੂਰ ਕੰਵਰ ਵਿੱਚ ਉਸ ਵੇਲੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਸ ਚਿਹਰਾ ਹੋਊਗਾ, ਸਿੱਖ ਚਿਹਰਾ ਹੋਊਗਾ। ਮੈਂ ਤਾਂ ਸੋਚਦਾ ਸੀ ਕਿ ਸਿੱਖ ਨੇ ਲੱਭ ਲਿਆ ਕੋਈ, ਤੇ ਹੁਣ ਇਹਨਾਂ ਨੇ ਅਨਾਉਂਸਮੈਂਟ ਕਰ ਦੇਣੀ ਹੈ। ਉਹ ਗੱਲ ਤਾਂ ਕੁਛ ਹੋਰ ਹੀ ਨਿਕਲੀ ਕਿ ਉਹ 20 ਵਾਲਾ ਮਾਮਲਾ ਨਿਕਲਿਆ, ਉਹਦਾ ਮੁੜ ਕੇ ਕੀ ਬਣ ਗਿਆ, ਉਹਦੇ ਵਿੱਚ ਖੁਦ ਹੀ ਘਿਰ ਗਏ ਆ, ਤੇ ਖੁਦ ਹੀ ਜਿਹੜਾ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਆਉਣ ਕਰਕੇ ਸੁੱਝ ਨਹੀਂ ਰਿਹਾ ਕਿ ਕੀਤਾ ਕੀ ਜਾਵੇ। ਇਹ ਕੀ ਮਸਲਾ ਜੀ ਸਾਰਾ? ਦੇਖੋ ਪਹਿਲੇ ਤਾਂ ਬੇਸਿਕਲੀ ਗੱਲ ਸੋਚੋ ਕਿ ਗੱਲ ਹੋਈ ਹੈ ਇਸ ਸਿਸਟਮ 'ਚ ਰਹਿ ਕੇ ਇਮਾਨਦਾਰ ਲੋਕ ਇਕੱਠੇ ਕਰਕੇ ਵੀ ਇਹ ਫਤਿਹ ਪ੍ਰਾਪਤ ਕਰ ਲਾਂਗੇ, ਉਹਦੇ ਨਾਲ ਟੱਕਰ ਕੇਜਰੀਵਾਲ ਲੈ ਰਿਹਾ। ਇਹ 'ਚ ਬੜੀ ਸਚਾਈ ਹੈ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰੀਕੇ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ ਇਸ ਸਿਸਟਮ 'ਚ ਰਹਿੰਦੇ ਆ, ਪਰ ਉਹਨਾਂ ਨੇ ਜੋ ਸਬਕ ਸਿੱਖਿਆ ਉਹ ਸਾਹਮਣੇ ਆ ਰਹੇ ਕੀ ਵਿਸ਼ਵਾਸ ਕਰਿਆ ਦਿੱਲੀ ਸਰਕਾਰ ਤੇ ਇਹਨਾਂ ਦਾ ਕੀ ਅਸਰ ਉਹਨਾਂ ਨੇ ਕੀਤਾ ਜਾਂ ਕੀ ਹੈ ਜਾਂ ਕਿਵੇਂ ਲੜਨਾ ਕਰਕੇ। ਤਾਂ ਚਲੋ ਇਹ ਪੱਖ ਵਧੀਆ ਕਿ ਉਹ ਇਸ ਗੱਲ ਦੇ ਉੱਤੇ ਡਟ ਕੇ ਪਹਿਰਾ ਦੇ ਰਹੇ ਆ ਕਿ ਅਸੀਂ ਇਮਾਨਦਾਰ ਲੋਕਾਂ ਨੂੰ ਲੱਭ ਲਾਂਗੇ, ਉਹਨਾਂ ਨੂੰ ਸਾਹਮਣੇ ਜਾ ਕੇ ਟੱਕਰ ਲਵਾਂਗੇ, ਨਹੀਂ ਜਾਣਦੇ ਉਹ ਮਾੜੀ ਗੱਲ ਵੀ ਨਹੀਂ। ਪਰ ਜਿਹੜਾ ਫੈਸਲਾ ਬਿਜਲੀ ਦਾ ਕੀਤਾ ਨਾ ਉਹਨਾਂ ਨੇ 300 ਯੂਨਿਟ ਸਾਰਿਆਂ ਨੂੰ ਫ੍ਰੀ ਕਰਦੇ, ਅਸਲ 'ਚ ਬੜਾ ਕਾਹਲੀ 'ਚ ਫੈਸਲਾ ਲੈ ਗਿਆ ਸੀ ਜਿਹੜਾ ਹੁਣ ਸਪਸ਼ਟ ਉਹ ਕੀ ਸੀ? ਉਹ ਇਹ ਸੀ ਕਿ ਇਹਨਾਂ ਨੇ ਜਿਹੜੀ ਕੇਂਦਰ ਦੀ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਤੈਅ ਕਰ ਲਿਆ ਕਿ 200 ਯੂਨਿਟ ਸਾਰਿਆਂ ਲੋਕਾਂ ਨੂੰ ਮਾਫ ਕਰਨ ਦਾ ਐਲਾਨ ਕਰ ਦਿੱਤਾ ਬਿਜਲੀ ਦਾ। ਤਾਂ ਸਿਰਫ ਇਹਨਾਂ ਦੇ ਲਾਲਚ ਦੇ ਕੇ ਸਬਜ਼ੀਆਂ ਦਿਖਾ ਕੇ ਕਿਸੇ ਤਰ੍ਹਾਂ ਸਬਕ ਮਤਲਬ ਆਪਣੇ ਕਬਜ਼ੇ 'ਚ ਕਰ ਲਈ। ਤੇ ਜਦੋਂ ਆਮ ਆਦਮੀ ਪਾਰਟੀ ਨੂੰ ਪਤਾ ਲੱਗਾ ਕਿ ਇਹਨਾਂ ਦਾ ਦਿੱਲੀ ਤਜਰਬਾ ਵੀ ਸੀਗਾ ਮਾਫ ਕਰਨ ਦਾ, ਤਾਂ ਇਹਨਾਂ ਨੇ ਕੱਲ੍ਹ
ਪਿਛਲੀ ਸਰਕਾਰ ਨੇ ਆਟਾ ਦਾਲ ਸਕੀਮ, ਨੀਲੇ ਕਾਰਡ, ਇਹ ਇਹੋ ਜਿਹੀਆਂ ਕੀਤੀਆਂ ਸੀਗੀਆਂ। ਨਵੀਂ ਸਰਕਾਰ ਨੇ ਵੀ ਕੁਝ ਨਵੀਆਂ ਸਕੀਮਾਂ ਵਧਾ ਵਧੂ ਕੇ ਕੀਤੀਆਂ। ਇਹ ਲੋਕਾਂ ਨੂੰ ਤਾਂ ਫਿਰ ਭਿੱਖ ਮੰਗੇ ਬਣਾਉਣ ਵਾਲੀ ਗੱਲ ਹੀ ਆ ਕਿ ਤੁਹਾਡੇ ਵਾਸਤੇ ਸਾਰਾ ਕੁਝ ਫ੍ਰੀ ਹੈ। ਇਹ ਕਿੱਥੋਂ ਪੈਸੇ ਆਉਣੇ ਆ, ਇਹਦਾ ਕੋਈ ਵੇਰਵਾ ਹੈ ਨਹੀਂ, ਕੋਈ ਜਵਾਬ ਨਹੀਂ ਹੈਗਾ ਕਿ ਇਹ ਘਾਟਾ ਜਿਹੜਾ ਪਊਗਾ ਇੰਨਾ ਬਿਜਲੀ ਫ੍ਰੀ ਦੇਣ ਦਾ, ਉਹ ਕਿੱਦਾਂ ਪੂਰਾ ਕੀਤਾ ਜਾਊਗਾ। ਇਹਨੂੰ ਕੋਈ ਡਿਵੈਲਪਮੈਂਟ ਥੋੜੀ ਕਹਿੰਦੇ ਆ ਕਿ ਡਿਵੈਲਪਮੈਂਟ ਹੋਊਗੀ ਜੇ ਅਸੀਂ ਆਪਦੀ ਸਰਕਾਰ ਬਣਾਵਾਂਗੇ ਤੇ ਅਸੀਂ ਸੂਬੇ ਦੀ ਆਹ ਹਾਲਾਤ ਬਦਲਾਂਗੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਸੂਬੇ ਦੇ ਵਿੱਚ ਉਹ ਅਫਰਾ ਤਫਰੀ ਹੋਰ ਫੈਲਾ ਦਾਂਗੇ ਕਿ ਲੋਕੀ ਭੱਜੇ ਫਿਰਨ ਕਿ ਮੇਰੇ ਮਾਫ ਹੋ ਜਾਣ, ਮੇਰੇ ਮਾਫ ਹੋ ਜਾਣ। ਉਹ ਇਹਨਾਂ ਲੀਡਰਾਂ ਦੇ ਮਗਰ ਜਿਹੜੇ ਜੁੱਤੀਆਂ ਘਸਾਉਂਦੇ ਫਿਰਨਗੇ। ਇਸ ਤਰੀਕੇ ਦੀ ਰਾਜਨੀਤੀ ਹੈ ਕਿ ਇਹਨੂੰ ਮੈਂ ਤਾਂ ਸਮਝਦਾ ਕਿ ਲੋਕਾਂ ਦੇ ਨਾਲ ਬਲੰਡਰ, ਧੋਖੇ ਵਾਲੀ ਗੱਲ ਹੈ। ਧੋਖਾ ਬੜਾ ਵੱਡਾ ਧੋਖਾ, ਔਰ ਲੋਕੀ ਜੇ ਸਿਆਣੇ ਹੋਣ ਤੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਹੀ ਨਾ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਸਾਡੀ ਦਸ਼ਾ ਜਿਹੜੀ ਆਰਥਿਕ ਦਸ਼ਾ ਜਿਹੜੀ ਹੈ, ਸਾਡੇ ਰੁਜ਼ਗਾਰ ਦੇ ਵਸੀਲੇ ਵੱਧ ਪੈਦਾ ਕਰਨ ਦੇ ਲਈ ਕੋਈ ਪ੍ਰੋਗਰਾਮ ਤੁਹਾਡੇ ਪੱਲੇ ਹੈਗਾ ਵਾ ਤੇ ਸਾਨੂੰ ਦੱਸੋ। ਅਸੀਂ ਇਹ ਜਿਹੜੀਆਂ ਮੁਫਤ ਦੀਆਂ ਸਕੀਮਾਂ ਸਾਨੂੰ ਤੁਸੀਂ ਦੱਸੀ ਜਾਂਦੇ ਆ, ਇਹਦੇ ਨਾਲ ਸਾਡਾ ਢਿੱਡ ਨਹੀਂ ਭਰਨਾ। ਦੋ ਗੱਲਾਂ, ਇੱਕ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵੀ ਕੇਜਰੀਵਾਲ ਨੇ ਦਾ ਕੀ ਜਵਾਬ ਦਿੱਤਾ ਤੁਹਾਡੇ ਸਵਾਲ ਦਾ। ਉਹਦੇ ਬਹਿਸ ਚ ਹੋਇਆ ਕੇਜਰੀਵਾਲ ਨੇ ਜਵਾਬ ਦਿੱਤਾ ਵੀ ਜਿਹੜੇ ਵਿੱਚ ਡਾਕੂ ਆ ਨਾ, ਜੇ ਅਸੀਂ ਇਹਨਾਂ ਪਾਸੇ ਕਰ ਦਈਏ ਤਾਂ ਸਭ ਕੁਝ ਹੋ ਸਕਦਾ। ਹਾਂਜੀ ਕਰ ਦੇਣ। ਸੋਚਣਾ ਜਿਹੜੇ ਬੜੇ ਵੱਡੇ ਲੋਕ ਖਾ ਰਹੇ ਆ, ਲੁੱਟ ਕੇ ਖਾ ਰਹੇ ਆ, ਉਹਨਾਂ ਨੇ ਗਿਣਤੀ ਕਰਕੇ ਦੱਸਿਆ ਕਹਿੰਦਾ ਮੈਂ ਪੂਰੀ ਤਿਆਰੀ ਕਰਕੇ ਆਇਆ ਕਿ ਟੋਟਲ ਬਜਟ ਕਿੰਨਾ ਜਿਹੜਾ ਅਸੀਂ ਲੋਕਾਂ ਦੀ ਗੱਲ ਕਰਦੇ ਆ ਤੇ ਇੱਕ ਬੰਦੇ ਦੇ ਉੱਤੇ ਕਿੰਨਾ ਕਰਦੇ ਆ। ਠੀਕ ਹੈ। ਇਹਦਾ ਡਿਸਪਲੇ ਦੀ ਹਿਸਾਬ ਲਾਉਂਦੇ ਆ ਤਾਂ ਇੱਕ ਬੰਦੇ ਤੇ ਜਿਹੜਾ ਖਰਚ ਹੁੰਦਾ ਹੈ ਉਹਦੇ ਵਿੱਚ ਤੇ ਜਿਹੜਾ ਅਸੀਂ ਅਲਾਟ ਕਰ ਦਿੱਤਾ ਖਜ਼ਾਨੇ ਚੋਂ, ਉਹਦੇ ਵਿੱਚ ਲੱਖਾਂ ਰੁਪਈਆ ਦਾ ਫਰਕ ਹੈ। ਉਹ ਪੈਸਾ ਕਿੱਥੇ ਜਾਂਦਾ? ਉਹ ਪੈਸਾ ਜਾਂਦਾ ਉਹਦੇ ਵਿੱਚ ਲੈਂਡ ਮਾਫੀਆ ਦੇ ਗਰੋਹ, ਲੈਂਡ ਮਾਫੀਆ ਦੇ ਰੇਤ ਮਾਫੀਆ, ਜਿਹਨੇ ਮਾਫੀਆ ਆ ਉਹ ਗਰੋਹ ਜਿਹੜੇ ਆ ਉਹਨਾਂ ਕੋਲ ਜਿਹੜਾ ਉਹਦੇ ਢਿੱਡ ਭਰਦਾ ਆ, ਉਹ ਪੈਸਾ ਅਸੀਂ ਕੱਢ ਲਾਂਗੇ ਬਾਅਦ ਕੱਢ ਕੇ ਸਹੂਲਤਾਂ ਦਿਆ। ਸੋ ਕਿਸੇ ਹੱਦ ਤੱਕ ਉਹਦੀ ਇਹ ਗੱਲ ਜਿਹੜੀ ਹੈਗੀ ਆ ਉਹ ਕਰੈਕਟਰ ਦੇ ਵਿੱਚ ਆ ਸਕਦੀ ਹੈ। ਜੇ ਇਮਾਨਦਾਰ ਸਰਕਾਰ ਹੋਵੇ ਉਹਨੇ ਜਿੱਦਾਂ ਦਿੱਲੀ ਚ ਕੀਤਾ ਕਰਕੇ ਦਿਖਾਇਆ ਉਹਨੇ, ਪਹਿਲਾਂ ਪਹਿਲੇ ਜੇ ਹੋ ਨਹੀਂ ਸਕਦਾ। ਹੁਣ ਜਿਹੜੀ ਤੁਹਾਡਾ ਸਵਾਲ ਅਸਲ ਚ ਹੈ, ਅਸਲ ਚ ਇਹ ਹੈ ਕਿ ਜਿੰਨਾ ਚਿਰ ਸਿਸਟਮ ਹੈ ਉਹਨਾਂ ਚਿਰ ਇਹ ਓਵਰਫੋਲ ਹੈ। ਜਿੰਨਾ ਚਿਰ ਪੂਰਾ ਪ੍ਰਬੰਧ ਨਹੀਂ ਬਦਲਦਾ, ਜਿੰਨਾ ਚਿਰ ਤੁਸੀਂ ਇਹਨੇ ਟੱਕਰ ਲਾਓਗੇ, ਜਿੰਨਾ ਚਿਰ ਟੋਟਲ ਸਿਸਟਮ ਚੇਂਜ ਨਹੀਂ ਹੁੰਦਾ, ਜਿੰਨਾ ਚਿਰ ਇਹ ਲੁੱਟਮਾਰ ਦਾ ਸਾਰਾ ਕੁਝ ਜਿਹੜਾ ਪਾਸੇ ਨਹੀਂ ਹੁੰਦਾ। ਕੀ ਤੁਹਾਡਾ ਤੁਸੀਂ ਸਮਝ ਨਹੀਂ ਸਕਦੇ ਕਿ ਜੇ ਕੋਈ ਚਾਹੇ, ਜੇ ਸਰਕਾਰ ਚਾਹੇ, ਜੇ ਕੁਛ ਇਹੋ ਜਿਹੇ ਮਤਲਬ ਲੋਕਾਂ ਦੇ ਹੱਥ ਸਰਕਾਰ ਹੋਵੇ ਜਿਹੜੇ ਇਮਾਨਦਾਰ ਹੋਣ ਤੇ ਗਾਂ ਵੀ ਰਹਿਣ। ਬਿਲਕੁਲ ਭੱਟੀ ਸਾਹਿਬ, ਫਰਕ ਹੈ ਕਿਉਂਕਿ ਇਹ ਸਤਾ ਹੀ ਪ੍ਰੇਸ਼ਰ ਕਰ ਰਹੀ। ਠੀਕ ਹੈ। ਹਾਂਜੀ ਭੱਟੀ ਸਾਹਿਬ, ਜਾਂਦੇ ਜਾਂਦੇ ਸਮਾਂ ਆਪਣਾ ਕੋਲ ਲਗਭਗ ਖਤਮ ਹੈ ਜੀ। ਇਹ ਬੋਨਸ ਹੀ ਹੈ ਜਿਹੜਾ ਲੈਣ ਲੱਗੇ ਆਪਾਂ। ਕੈਨੇਡਾ ਦੇ ਵਿੱਚ ਬਹੁਤ ਗਰਮੀ ਪੈ ਰਹੀ ਸੀ ਪਿਛਲੇ ਲਗਾਤਾਰ 3-4 ਦਿਨ ਤੋਂ। 49 ਡਿਗਰੀ ਤੱਕ ਜਿਹੜਾ ਤਾਪਮਾਨ ਜਿਹੜਾ ਪਹੁੰਚ ਗਿਆ। ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਤੁਹਾਡੇ ਸ਼ਹਿਰ 'ਚ ਤਾਂ ਦੁਨੀਆ ਬੋੜੀ ਕਰਦੀ ਪਈ ਹੈ। ਸਾਡੇ ਵੈਸੇ ਇੰਨੀ ਜ਼ਿਆਦਾ ਗਰਮੀ ਨਹੀਂ ਸੀ, ਪਰ ਸੀ ਜ਼ਿਆਦਾ। ਅੱਗੇ ਤੇ ਹੁੰਦਾ ਸੀਗਾ ਟੈਂਪਰੇਚਰ 20-22 ਹੁੰਦਾ ਸੀਗਾ ਅੱਜ ਤੋਂ 10 ਸਾਲ ਪਹਿਲਾਂ, ਤੇ ਮੀਂਹ ਪੈ ਜਾਂਦਾ ਸੀ, ਥੋੜੀ ਰਾਹਤ ਮਿਲ ਜਾਂਦੀ ਸੀ। ਭਾਵੇਂ ਚਲੋ ਥੋੜਾ ਪਿਆ ਤੇ ਉਹਦੇ ਨਾਲ ਥੋੜੀ ਜ਼ਮੀਨ ਜਿਹੜੀ ਉਹ ਭੜਾਸ ਜਿਹੀ ਆਉਂਦੀ ਸੀ ਉਹਦੇ ਚੋਂ, ਪਰ ਰਚਨੇ ਮੀਂਹ ਵੀ ਪੈਂਦੇ ਸੀ ਬੁਲਬੁਲਿਆਂ ਵਾਲੇ ਇੰਡੀਆ ਸਟਾਈਲ। ਐਤਕੀ ਤਾਂ ਮੀਂਹ ਅਜੇ ਆਇਆ ਹੀ ਨਹੀਂ। ਤੇ ਤੁਹਾਡਾ ਸ਼ਹਿਰ ਤਾਂ ਹੈ ਹੀ ਮੀਂਹ ਦਾ ਘਰ ਜੀ, ਬਾਰਿਸ਼ਾਂ ਦਾ ਘਰ ਆ। ਉੱਥੇ ਬਾਰਿਸ਼ ਹੋ ਨਹੀਂ ਰਹੀ, ਇੰਨੀ ਗਰਮੀ ਪੈ ਰਹੀ ਆ। ਇਹਦੇ ਕੋਈ ਕਾਰਨ ਤਾਂ ਜਿਹੜੇ ਆ ਉਹ ਅਜੇ ਮੈਨੂੰ ਤਾਂ ਲੱਭੇ ਨਹੀਂ। ਹੋ ਸਕਦਾ ਗਲੋਬਲ ਵਾਰਮਿੰਗ ਦਾ ਜਿਹੜਾ ਰੌਲਾ ਇੰਨਾ ਪਿਆ ਹੋਇਆ ਉਹ ਸੱਚੀ ਮੁੱਚੀ ਉਹੀ ਗੱਲ ਹੀ ਹੋਵੇ, ਪਰ ਇੰਨੀਆਂ ਵੱਡੇ ਪੱਧਰ ਤੇ ਮੌਤਾਂ ਹੋ ਜਾਣੀਆਂ, ਇਹ ਬੜੀ ਹੈਰਾਨੀਜਨਕ ਗੱਲ ਹੈ ਤੇ ਦੁਖਦਾਇਕ ਵੀ। ਜਿਹੜੀ ਇਹ ਗੱਲ ਹੈ ਜੀ, ਇਹ ਮੇਰਾ ਖੁਦ ਦਾ ਤਜਰਬਾ ਇੱਥੇ ਇਹੋ ਜਿਹੀ ਹਾਲਤ 'ਚ ਰਹਿਣ ਦਾ। ਪੰਜਾਬ 'ਚ ਅਸੀਂ ਬਹੁਤ ਗਰਮੀਆਂ ਦੇਖੀਆਂ, ਬਹੁਤ ਕੁਛ ਹੋਇਆ, ਪਰ ਇੱਥੇ ਗਰਮੀ ਜਿਹੜੀ ਹੈ ਇੰਨੀ ਅਜੀਬ ਕਿਸਮ ਦੀ ਸੀ ਤੇ ਜਿਹੜੀ ਹਿਸਟਰੀ 'ਚ ਕਦੀ ਹੋਈ ਨਹੀਂ। ਠੀਕ ਹੈ ਜੀ। ਹੁਣ ਜਿਸ ਵੇਲੇ ਤੁਸੀਂ ਅੰਦਾਜ਼ਾ ਕਰੋ ਕਿ ਜਿਸ ਵੇਲੇ ਲਗਾਤਾਰ 4-5 ਦਿਨ ਹਵਾ ਨਹੀਂ ਚੱਲ ਰਹੀ, ਸੂਰਜ ਚਮਕ ਰਿਹਾ ਪੂਰੀ ਤਰ੍ਹਾਂ, ਇੱਕ ਇੱਥੇ ਵਾਤਾਵਰਨ ਜਿਹੜਾ
ਹਾਂਜੀ ਔਰ ਜਦੋਂ 48 ਤੱਕ ਗਿਆ ਤੇ ਜਿੱਥੇ ਅੰਦਰਾਂ ਦੇ ਵਿੱਚ ਏਦਾਂ ਸੀ ਜਿੱਦਾਂ ਪੱਖੀ 'ਚ ਬੈਠੇ ਲੋਕ। ਔਰ ਇੱਥੇ ਇੱਕ ਇੰਨੀ ਕਦੀ ਗਰਮੀ ਪਈ ਨਹੀਂ, ਇੱਥੇ ਬਹੁਤਾ ਇਹ ਆਵਾਜ਼ ਹੀ ਨਹੀਂ ਸੀ ਕਿ ਏਸੀ ਲੱਗੇ ਹੋਣ ਸਾਰੇ। ਹਾਂਜੀ ਹੁੰਦੇ ਨਹੀਂ। ਕੁਝ ਇਹੋ ਜਿਹੀਆਂ ਮਤਲਬ ਏਰੀਏ ਆ ਜਿੱਥੇ ਇੱਥੋਂ ਦੇ ਸਾਡਾ ਨਏ ਕਾਨੂੰਨ ਹੈ ਕਿ ਤੁਸੀਂ ਏਸੀ ਲਾ ਹੀ ਨਹੀਂ ਸਕਦੇ। ਅੱਛਾ ਜੀ। ਨਾ ਲੋੜ ਪੈਂਦੀ ਸੀ। ਉਹ ਉਹਨਾਂ ਦੇ ਵਿੱਚ ਜਦੋਂ ਉੱਪਰ ਸਭ ਕੁਝ ਕਿਵੇਂ ਬੰਦੇ ਟਿਕੇ ਹੋਣਗੇ, ਕੀ ਵਾਪਰਿਆ ਹੋਊਗਾ, ਤਾਂ ਜੋ ਵਾਪਰਿਆ ਉਹਦੀ ਅੱਜ ਰਿਪੋਰਟ ਆ ਗਈ ਸਾਹਮਣੇ। ਪਹਿਲੀ ਗੱਲ ਤੇ ਇਹ ਕਿ 134 ਹੁਣ ਤੱਕ ਰਿਪੋਰਟ ਹੋਈ ਹੈ ਕਿ ਜਿਹੜੇ 40 ਸਾਲ ਤੋਂ ਲੈ ਕੇ 90 ਸਾਲ ਦੀ ਉਮਰ ਦੇ ਵਿੱਚ ਲੋਕ ਮਰੇ ਆ। ਦੂਸਰੀ ਗੱਲ ਇੱਥੋਂ ਤੱਕ ਹੋਇਆ ਕਿ ਐਂਬੂਲੈਂਸ ਸਿਸਟਮ ਇਹਨਾਂ ਦਾ ਬੜਾ ਆਪਣੇ ਆਪ ਚ ਮੰਨਿਆ ਜਾਂਦਾ ਸੀ, ਉਹ ਫੇਲ ਹੋ ਗਿਆ। RCMP ਦੀ ਜਿਹੜੀ ਮਤਲਬ ਪਬਲਿਕ ਰਿਲੇਸ਼ਨ ਆਫਿਸਰ ਹੈ, ਉਹਦਾ ਨਾਂ ਹੈਗਾ ਜੀ ਕੀ ਨਾਂ ਉਹਦਾ, ਚਲੋ ਸੰਧਾ ਕਰਕੇ ਆ। ਤੇ ਉਹਨੇ ਜਿਹੜੀ ਰਿਪੋਰਟ ਦੱਸੀ ਮੀਡੀਆ ਉਹਦੇ ਵਿੱਚ ਉਹ ਕਹਿੰਦੇ ਸੀ ਕਿ ਇੰਨੀਆਂ ਕਾਲ ਆਈਆਂ ਕਿ ਸਾਡਾ ਸਾਰਾ ਸਿਸਟਮ ਉਹਨੂੰ ਕਿਵੇਂ ਮਤਲਬ ਜਿਹੜਾ ਉਹ ਸੰਭਾਲ ਸਕਦਾ ਸੀ, ਇਹ ਬੜਾ ਮੁਸ਼ਕਲ ਬਣ ਗਿਆ ਸਾਡੇ। ਔਰ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਇੰਨੀਆਂ ਕਾਲ ਅਸੀਂ ਅਟੈਂਡ ਹੀ ਨਹੀਂ ਕਰ ਸਕੇ, ਐਂਬੂਲੈਂਸ ਵੀ ਘੱਟ ਗਈਆਂ। ਔਰ ਹਸਪਤਾਲ ਜਿਹੜੇ ਸੀਗੇ ਉਹ ਉਹਨਾਂ ਦੇ ਵੱਡੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮਤਲਬ ਇਹ ਜਿਹੜਾ ਉਹ ਸੰਭਾਲ ਨਹੀਂ ਸਕੇ ਔਰ ਬਹੁਤ ਗੰਭੀਰ ਹਾਲਤ ਬਣੀ। ਔਰ ਇੱਥੋਂ ਤੱਕ ਕਿ ਕਿੰਨੇ ਲੋਕ ਇੰਨੀ ਵੱਡੀ ਪੱਧਰ ਤੇ ਮਰੇ ਆ, ਕਿੰਨੇ ਬਿਮਾਰ ਹੋਏ ਆ, ਇਹਨਾਂ ਬਾਰੇ ਅਜੇ ਰਿਪੋਰਟਸ ਜਿਹੜੀਆਂ ਆਉਣੀਆਂ। ਤੇ ਇਹ ਇੱਕ ਉਸ ਏਰੀਏ ਦੀ ਗੱਲ ਹੈ ਜਿੱਥੇ ਇੱਕ ਪਾਸੇ ਫਰੇਜ਼ਰ ਦਰਿਆ ਵਗ ਰਿਹਾ ਬਹੁਤ ਵੱਡਾ, ਵਿੱਚ ਜਹਾਜ਼ਰਾਨੀ ਵੀ ਹੁੰਦੀ ਹੈ ਤੇ ਨਾਲ ਹੀ ਸਮੁੰਦਰ ਹੈ। ਜਿੱਥੇ ਮੈਂ ਕਿਹਾ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਹਦੇ ਤੋਂ 2 ਕਿਲੋਮੀਟਰ ਫਰੇਜ਼ਰ ਦਰਿਆ ਵਗ ਰਿਹਾ ਜੀ, ਪਹਾੜ ਹੈ ਨਾਲ ਵੱਡੇ ਵੱਡੇ ਬਰਫ਼ ਦੇ ਲੱਗੇ ਹੋਏ, ਉਹ ਸਭ ਬਰਫ਼ ਢੱਕ ਹੋ ਗਈ। ਪਰ ਇਹੋ ਜਿਹੇ ਏਰੀਏ ਦੀ ਜਿੱਥੇ ਕਦੇ ਇਹਦਾ ਸੋਚਿਆ ਵੀ ਨਹੀਂ ਜਾ ਸਕਦਾ ਸੀ ਉੱਥੇ ਕੁਛ ਵਾਪਰੇ। ਔਰ ਅੱਜ ਹਵਾ ਚੱਲਣ ਲੱਗੀ ਹੈ ਤੇ ਅੱਜ ਟੈਂਪਰੇਚਰ 28 ਡਿਗਰੀ ਤੇ ਹੈ, ਨਹੀਂ ਤਾਂ ਇਹ ਕੱਲ ਟੈਂਪਰੇਚਰ 32-33 ਤੇ ਚਲਾ ਗਿਆ ਸੀ। ਔਰ ਪਰਸੋਂ ਜਿਹੜਾ ਸੀ ਇਹ 47 ਤੱਕ ਗਿਆ ਤੇ ਦੂਸਰੇ ਪਾਸੇ ਜਿਹੜਾ ਫੀਲ ਲਾਈਟ ਏਰੀਆ ਉਹਨਾਂ ਦੀ 48 ਤੱਕ ਚਲਾ ਗਿਆ। ਇਹ ਇੱਕ ਕਿਸਮ ਦਾ ਕਹਿਰ ਵਾਪਰਿਆ ਤੇ ਟ੍ਰੇਲਰ ਹੈ ਕਿ ਜੋ ਕੁਝ ਤੁਸੀਂ ਇਸ ਧਰਤੀ ਦਾ ਖਿਲਵਾੜ ਕਰ ਰਹੇ ਆ, ਜਿਹੜੀ ਇਸ ਗੱਲ ਨੂੰ ਸੋਚ ਲਓ ਕਿ ਗਲੋਬਲ ਵਾਰਮਿੰਗ ਦਾ ਮਾਮਲਾ ਹੈ। ਤੁਸੀਂ ਇੱਥੇ ਘਰ 'ਚ 8-8 ਗੱਡੀਆਂ ਰੱਖੀਆਂ ਹੋਈਆਂ, ਸੋਚੋ ਉਹਦਾ ਧੂੰਆਂ ਉਹਦਾ ਸਾਰਾ ਕੁਝ ਕਦੋਂ ਨਹੀਂ ਲੱਗਾ ਹੋਊਗਾ। ਜਿੰਨਾ ਸਭ ਤੋਂ ਵੱਧ ਜਿਹੜਾ ਮਤਲਬ ਕਾਰਬਨ ਡਾਈਆਕਸਾਈਡ ਛੱਡਣ ਵਾਲਾ ਏਰੀਆ ਉਹ ਅਮਰੀਕਾ, ਨੰਬਰ 2 ਤੇ ਕੈਨੇਡਾ, ਫਿਰ ਜਿੰਨੇ ਯੂਰਪੀਅਨ ਕੰਟਰੀ ਇਹ ਆ, ਯੂਰਪ ਤੇ ਉਹ ਦੋਸ਼ ਕਿਹਨੂੰ ਲੱਗਦਾ ਭਾਰਤ ਵਰਗੇ ਦੇਸ਼ਾਂ ਪਾਕਿਸਤਾਨ ਨੂੰ। ਇਹ ਤਰ੍ਹਾਂ ਦੀ ਹਾਲਤ ਹੈ ਕੋਈ ਰੋਟੀ ਨਹੀਂ ਲੱਗਦੀ। ਤੇ ਇਹਨਾਂ ਨੂੰ ਜਿਹੜਾ ਟ੍ਰੇਡਰ ਦੱਸਿਆ ਕਿਸੇ ਨੇ ਬੜਾ ਹੀ ਹੈਰਾਨ ਕਰਦਾ ਵਾ। ਔਰ ਇਹਦੇ ਵਿੱਚ ਕਿੰਨੀਆਂ ਜਾਨਾਂ ਜਾ ਸਕਦੀਆਂ ਜੇ ਇਹਨਾਂ ਦੀ ਵੇਖ ਹੋਰਾਂ ਦੀ ਫਿਰ ਕੀ ਹੋ। ਇੱਥੇ ਥੋੜੀ ਦੂਰ ਹੀ ਹੈ ਬੈਂਗਲੁਰੂ 'ਚ, ਉੱਥੇ ਅੱਗਾਂ ਲੱਗੀਆਂ 2 ਥਾਵਾਂ ਦੇ ਉੱਤੇ, ਕਿਉਂਕਿ ਹੁੰਦਾ ਕੀ ਹੈ ਜੰਗਲ ਬਹੁਤ ਹੈ, ਭਾਵੇਂ ਝੀਲਾਂ ਵੀ ਬਹੁਤ ਹੈ, ਪਰ ਜਿਸ ਵੇਲੇ ਟੈਂਪਰੇਚਰ ਵੱਧਦਾ ਉਸ ਵੇਲੇ ਅੱਗ ਲੱਗ ਜਾਵੇ ਪਹੁੰਚਦੀ ਨਹੀਂ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਅੱਗ ਇਸ ਕਰਕੇ ਬੜੀ ਮਤਲਬ ਵਿਚਾਰਨ ਵਾਲੀ ਗੱਲ ਹੈ। ਹੁਣ ਤਾਂ ਇੱਥੇ ਆਉਂਦੀਆਂ ਰਹਿਣੀਆਂ ਰਿਸਰਚ ਵੀ ਕੀ ਹੋਣਾ ਹੈ ਤੇ ਕਿਵੇਂ ਵਾਪਰਨਾ ਤੇ ਕੀ ਗੱਲ ਹੈ। ਤੇ ਲੋਕ ਤੇ ਇਹ ਵੀ ਸਵਾਲ ਖੜੇ ਕਰਦੇ ਨੇ ਜਿਹੜਾ ਤੁਸੀਂ ਸਾਨੂੰ ਏਸੀ ਤੱਕ ਨਹੀਂ ਲਾਉਣ ਦਿੰਦੇ, ਅੱਜ ਜੋ ਪਹੁੰਚਿਆ ਸਾਰੇ ਕੁਛ ਠੀਕ ਹੈ ਜੀ। ਪੱਟੀ ਸਾਹਿਬ ਹਾਂਜੀ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਅੱਜ 5 ਮਿੰਟ ਉੱਪਰ ਹੋ ਗਏ ਜੀ, ਆਪਣੇ 1 ਘੰਟਾ 5 ਮਿੰਟ ਪ੍ਰੋਗਰਾਮ ਚੱਲ ਗਿਆ, 6 ਹੀ ਹੋਣ ਲੱਗੇ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ ਜੀ, ਨਵੀਆਂ ਤੇ ਤਾਜ਼ੀਆਂ ਜਿਹੜੀਆਂ ਖਬਰਾਂ ਹੋਣਗੀਆਂ, ਘਟਨਾਵਾਂ ਹੋਣਗੀਆਂ, ਉਹਨਾਂ ਦੀ ਚਰਚਾ ਕਰਾਂਗੇ। ਥੈਂਕ ਯੂ।